ਵਿੱਚੋਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੈ ਅਰਦਾਸ। ਮੈਂ ਹੋਰ ਥਾਉ ਨਾਹੀਂ, ਜਿਸ ਪਹਿ ਕਰੂੰ ਬਿਨੰਤੀ। ਮੇਰਾ ਦੁਖ ਸੁਖ ਤੁਝ ਹੀ ਪਾਸ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹਿਲਾ ਪਹਿਲਾ। ਗੁਣਵੰਤੀ ਗੁਣ ਵੀਥਰੈ, ਔਗੁਣਵੰਤੀ ਝੂਰ। ਜੇ ਲੋੜਹਿ ਵਰ ਕਾਮਣੀ, ਨਹਿ ਮਿਲਿਐ ਪਿਰ ਕੂਰ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਮੁਕੱਦਸ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਪਿਆਰੇ ਪਰਮ ਸਨਮਾਨਯੋਗ ਸਤਸੰਗੀ ਜਨੋ, ਆਓ ਸਹਿਜ ਪਾਠ ਦੀਆਂ ਵਿਚਾਰਾਂ ਵਿੱਚ ਜੁੜੀਏ। ਆਪ ਸਾਰੀ ਸੰਗਤ ਬਹੁਤ ਪ੍ਰੇਮ ਭਾਵਨਾ ਦੇ ਨਾਲ ਜੁੜੇ ਹੋਏ ਹੋ। ਜਿੰਨੇ ਕੁ ਆਪ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਸੁਭਾਇਮਾਨ ਹੋ, ਜਿੰਨੇ ਬੇਅੰਤ ਸੰਗਤਾਂ ਘਰ ਬੈਠੇ ਸਰਵਣ ਕਰ ਰਹੇ ਹੋ, ਕੁਝ ਕੁ ਅੰਗ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਮੀ ਬਾਣੀ ਦੇ ਸਹਿਜ ਪਾਠ ਦੀ ਲੜੀ ਵਿੱਚੋਂ ਜਿਹੜੇ ਟੈਕਨੀਕਲ ਫਾਲਟਸ ਕਰਕੇ, ਰੀਜ਼ਨ ਕਰਕੇ ਰਿਕਾਰਡਸ ਨਹੀਂ ਹੋਏ, ਉਹਨਾਂ ਨੂੰ ਅਸੀਂ ਪੂਰਨ ਲੜੀ ਬਣਾਉਣ ਵਾਸਤੇ, ਕਿਉਂਕਿ ਸੰਗਤਾਂ ਦੇ ਲਗਾਤਾਰ ਫੋਨ ਆਉਂਦੇ ਨੇ, ਇਹ ਤਕਰੀਬਨ 942 ਪਾਰਟਸ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਕਥਾ ਲੜੀਵਾਰ ਹੋਈ ਹੈ ਇਸ ਪਾਵਨ ਸਥਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਜੌਰੀ ਗਾਰਡਨ ਤੋਂ। ਔਰ ਬਹੁਤ ਵਿਰਲੀਆਂ ਥਾਵਾਂ ਨੇ, ਔਰ ਹੋ ਸਕਦਾ ਹੈ ਕਿ ਮੈਂ ਜੇ ਗਲਤ ਨਾ ਹੋਵਾਂ ਕਿ ਪੂਰੀ ਦਿੱਲੀ ਦੇ ਵਿੱਚ ਕੋਈ ਐਸੀ ਥਾਂ ਨਹੀਂ ਹੋਏਗੀ, ਜਾਂ ਇਸ ਤੋਂ ਬਾਅਦ ਸਾਡੇ ਦੇਸ਼ ਵਿੱਚ ਕੋਈ ਐਸੀ ਥਾਂ ਨਹੀਂ ਹੋਏਗੀ ਕਿ ਜਿਹਦੇ ਸਤਿਗੁਰੂ ਜੀ ਦੀ ਕਿਰਪਾ ਸਦਕਾ, ਆਪ ਸੰਗਤਾਂ ਦੀ ਅਸੀਸਾਂ ਸਦਕਾ ਸਿਰਫ ਔਰ ਸਿਰਫ 2 ਸਾਲਾਂ ਦੇ ਵਿੱਚ ਪੂਰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ 'ਤੇ ਕਥਾ ਹੋਈ ਹੈ। ਦਾਸ ਨੇ ਬੇਨਤੀ ਕੀਤੀ ਸੀ, ਗੁਰਦੁਆਰਾ ਬੰਗਲਾ ਸਾਹਿਬ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਦਾ ਭੋਗ 12 ਸਾਲ ਬਾਅਦ ਪਿਆ ਹੁਣੇ ਪਿੱਛੇ ਹੀ। ਸੋ ਸਤਿਗੁਰੂ ਜੀ ਦੀ ਕਿਰਪਾ ਸਦਕਾ ਇਹ ਸਹਿਜ ਪਾਠ ਹੋਏ ਨੇ। ਕੁਝ ਕੁ ਅੰਗ ਜਿਹੜੇ ਬਾਕੀ ਨੇ, ਸੰਗਤਾਂ ਕਹਿੰਦੀਆਂ ਨੇ ਉਹਦੀਆਂ ਕਥਾ ਸਾਨੂੰ ਸਰਵਣ ਕਰਨ ਤੋਂ ਅਸੀਂ ਵਾਂਝੇ ਰਹਿੰਦੇ ਹਾਂ, ਮਿਲਦੀ ਨੇ ਉਹ ਪਾਠਸ। ਸੋ ਆਪ ਸੰਗਤਾਂ ਦੀ ਇਜਾਜ਼ਤ ਸਦਕਾ, ਆਪ ਸੰਗਤਾਂ ਦੀ ਅਸੀਸ ਸਦਕਾ ਇਹ ਕਾਰਜ ਸ਼ੁਰੂ ਕੀਤੇ ਨੇ ਸਵੇਰ ਦੇ ਸਮਾਗਮਾਂ 'ਚ। ਸੋ ਸਤਿਗੁਰ ਬਖਸ਼ਿਸ਼ ਕਰਨ, ਆਪ ਬਖਸ਼ੋ ਅਸੀਸ। ਇੱਕ ਵਾਰੀ ਫਿਰ ਗੱਜ ਕੇ ਫਤਿਹ ਬੁਲਾਓ ਜੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਗੁਣਵੰਤੀ, ਅਵਗੁਣਵੰਤੀ, ਕੁਚੱਜੀ, ਸੁਚੱਜੀ, ਗੁਰਮੁਖ, ਮਨਮੁਖ, ਇਹ ਸਾਰੇ ਸਤਿਗੁਰ ਜੀ ਨੇ ਤੁਕਾਂਤ ਅੱਖਰ ਵਰਤੇ ਨੇ ਜੀਵਨ ਵਾਸਤੇ। ਇੱਕ ਉਹ ਜੀਵਨ ਹੈ ਜਿਹੜਾ ਗੁਰੂ ਦੇ ਪਾਰ ਬ੍ਰਹਮ ਪਰਮੇਸ਼ਵਰ ਦੇ ਭਾਵ ਵਿੱਚ ਹੈ, ਉਹਨੂੰ ਗੁਣਵੰਤੀ, ਗੁਰਮੁਖ ਅਤੇ ਸੁਚੱਜ ਵਾਲਾ ਜੀਵਨ ਆਖਿਆ। ਔਰ ਦੂਸਰਾ ਇੱਕ ਜੀਵਨ ਹੈ ਜਿਹੜਾ ਮਨ ਪਿੱਛੇ ਤੁਰ ਕੇ ਵਿਕਾਰਾਂ ਵਿੱਚ ਗਰਕ ਹੁੰਦਾ, ਉਹਨੂੰ ਸਤਿਗੁਰੂ ਜੀ ਨੇ ਮਨਮੁਖਤਾਈ ਬਿਰਤੀ, ਕੁਚੱਜੀ ਬਿਰਤੀ ਆਖਿਆ। ਉਹਨੂੰ ਦੁਹਾਗਣ ਵਾਲੀ ਬਿਰਤੀ ਆਖਿਆ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਅਸੀਂ ਇੱਕ ਬਾਣੀ ਪੜ੍ਹਦੇ ਹਾਂ, ਜਿਹੜੀ ਬਾਣੀ ਕੁਚੱਜੀ ਅਤੇ ਸੁਚੱਜੀ ਤੋਂ ਬਾਅਦ ਆਉਂਦੀ ਹੈ। 3 ਬਾਣੀਆਂ ਦੀ ਲੜੀ ਹੈ, ਕੁਚੱਜੀ, ਸੁਚੱਜੀ ਅਤੇ ਗੁਣਵੰਤੀ।
ਗੁਣਵੰਤੀ ਬਾਣੀ ਦਾ ਹੀ ਨਾਮ ਹੈ, ਸਿਰਲੇਖ ਹੈ। ਉਹਦੇ ਵਿੱਚ ਸਤਿਗੁਰੂ ਜੀ ਨੇ ਇਹ ਬਖਸ਼ਿਸ਼ ਕੀਤੀ ਹੈ, ਜੋ ਦੀਸੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੋਂ ਪਾਏ ਜੀਓ। ਗੁਣਵੰਤੀ ਭਾਵ ਜੀਵ ਇਸਤਰੀ ਇੱਕ ਗੁਰਮੁਖ ਦੇ ਜੀਵਨ ਰੋਹ ਰੀਤ ਦੱਸੀ ਹੈ। ਆਖਾਂ ਬਿਰਥਾ ਜੀ ਕੀ ਗੁਰ ਸੱਜਣ ਦੇਹ ਮਿਲਾਏ ਜੀਓ। ਸੋਈ ਦਸ ਉਪਦੇਸੜਾ ਮੇਰਾ ਮਨ ਅਨੰਤ ਨਾ ਕਾਹੂ ਜਾਏ ਜੀਓ। ਇਹ ਮਨ ਤੈਕੂ ਡੇਵਸਾਂ ਮੈਂ ਮਾਰਗ ਦੇਹ ਬਤਾਏ ਜੀਓ। ਇੱਕ ਗੁਰਮੁਖ ਦੀ ਦੂਸਰੇ ਗੁਰਮੁਖ ਦੇ ਨਾਲ ਵਾਰਤਾ ਹੈ। ਤੇ ਇੱਕ ਗੁਰਮੁਖ ਕਹਿੰਦਾ, ਹੂੰ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸ਼ਰਣਾਏ ਜੀਓ। ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ। ਮੈਨੂੰ ਪਤਾ ਹੈ ਜਿੰਨਾ ਚਿਰ ਤੱਕ ਮੈਂ ਗੁਰੂ ਦੇ ਗੁਣਾਂ ਨੂੰ ਹਾਸਲ ਨਹੀਂ ਕਰਾਂਗਾ, ਉਹਨਾਂ ਚਿਰ ਤੱਕ ਮੇਰੇ ਅੰਦਰ ਗੁਣ ਨਹੀਂ ਪੈਦਾ ਹੋ ਸਕਦੇ। ਮੈਂ ਝੂਰ ਕੇ ਹੀ ਮਰਾਂਗਾ। ਤਪ ਤਪ ਲੋਏ ਲੋਏ ਹਾਥ ਮਰੋਰੂ, ਬਾਵਲ ਹੋਈ ਸੋ ਸ਼ਹੁ ਲੋਰੂ। ਤੈਸੈ ਮਨ ਮੈਂ ਕੀਆ ਰੋਸ, ਮੁਝ ਅਵਗਣ ਸ਼ਹਿ ਨਾਈ ਦੋਸ। ਪਰ ਜਿਹੜੇ ਗੁਣਾਂ ਦੇ ਹਾਰ ਆਪਣੇ ਗਲ ਦੇ ਵਿੱਚ ਸ਼ਿੰਗਾਰ ਕਰਦੇ ਨੇ, ਕੰਠੇ ਮਾਲਾ ਜਿਹਵਾ ਰਾਮ, ਸਹੰਸ ਨਾਮ ਲੈ ਲੈ ਕਰੂੰ ਸਲਾਮ। ਉਹਨਾਂ ਦਾ ਜੀਵਨ ਹੁੰਦਾ ਗੁਣਾਂ ਨੂੰ ਇਕੱਠਾ ਕਰਨਾ। ਇੱਕ ਇੱਕ ਕਰਕੇ ਉਹ ਗੁਣ ਇਕੱਠਾ ਕਰਦੇ ਨੇ। ਇਹ ਲੜੀ ਅਗਲੇ ਸ਼ਬਦ ਦੇ ਤੱਕ ਚਲੇਗੀ। ਕਿਹੜੇ ਕਿਹੜੇ ਗੁਣ ਨੇ ਉਹ ਸਤਿਗੁਰੂ ਜੀ ਨੇ ਅਗਲੇ ਸ਼ਬਦ ਵਿੱਚ ਵੀ ਦੱਸੇ ਨੇ। ਗੁਣਵੰਤੀ ਗੁਣ ਵੀਥਰੈ, ਵੀਥਰੈ ਦਾ ਮਤਲਬ ਇਕੱਠਾ ਕਰਨਾ। ਸਹਿਜ ਦਾ ਗੁਣ, ਮਿੱਠ ਬੋਲੜੇ ਦਾ ਗੁਣ, ਖਿਵਣ ਦਾ ਗੁਣ। ਜੇ ਕੋਈ ਮਾੜਾ ਵੀ ਬੋਲਦਾ, ਜੇ ਮਾੜਾ ਬੋਲ ਵੀ ਗਿਆ, ਉਹਨੂੰ ਖਵਣ ਕਰ ਲੈਣਾ, ਉਹਨੂੰ ਬਰਦਾਸ਼ਤ ਕਰ ਲੈਣਾ, ਉਹਨੂੰ ਉਹਦੇ ਬਾਰੇ ਮਾੜਾ ਨਾ ਸੋਚਣਾ। ਇਹ ਗੁਰਮੁਖ ਦਾ ਗੁਣ ਹੈ। ਦੇਖ ਕੇ ਅਣਡਿੱਠ ਕਰ ਦੇਣਾ, ਇਹ ਗੁਰਮੁਖ ਦਾ ਗੁਣ ਹੈ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਇਹ ਗੁਰਮੁਖ ਦਾ ਗੁਣ ਹੈ। ਮਹਾਰਾਜ ਕਹਿੰਦੇ ਦੁਨੀਆ ਦੇ ਵਿੱਚ ਕੋਈ ਵਿਰਲਾ ਹੁੰਦਾ ਹੈ ਜਿਹੜਾ ਇਹ ਗੁਣਾਂ ਦਾ ਹਾਰ ਸ਼ਿੰਗਾਰ ਕਰਦਾ ਹੈ। ਔਰ ਸਤਿਗੁਰੂ ਜੀ ਕਹਿੰਦੇ ਜਿਹੜਾ ਨਹੀਂ ਕਰਦਾ, ਆਉ ਗੁਣਵੰਤੀ ਝੂਰ। ਝੂਰ ਦਾ ਮਤਲਬ ਹੈ ਉਹ ਝੁਰਦਾ ਫਿਰਦਾ ਹੈ, ਜਿਹਨੂੰ ਕਹਿੰਦੇ ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ। ਉਹਨਾਂ ਦੇ ਜੀਵਨ 'ਚ ਸਦਾ ਹੀ ਹਾਹਾਕਾਰ ਮਚੀ ਹੁੰਦੀ ਹੈ, ਹਾਏ ਹਾਏ ਮਚੀ ਹੁੰਦੀ ਹੈ। ਮਰ ਗਏ, ਲੁੱਟ ਗਏ, ਮਰ ਲਿਆ ਵਾ, ਇਹ ਵਾਲਾ। ਮਹਾਰਾਜ ਕਹਿੰਦੇ ਇਹ ਗੁਣਵੰਤੀਆਂ ਅਤੇ ਗੁਰਮੁਖਾਂ ਦੇ ਜੀਵਨ ਰੋਹ ਰੀਤ ਨਹੀਂ ਹੈ। ਗੁਰਮੁਖਾਂ ਕੋਲ ਘੱਟ ਵੀ ਹੋਏਗਾ, ਉਹ ਕਹਿਣਗੇ ਭਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾ, ਕਿਤ ਹੀ ਕਾਮਨਾ ਤੌਲ ਹਰ ਜਿਤ ਹਰ ਬਿਸਰੈ। ਜਾਂ ਮੈਂ ਗੁਣ ਗਾਏ ਦੀ ਜਿਹੜੀ ਅਵਸਥਾ ਹੈ ਨਾ, ਇਹ ਗੁਣਵੰਤੀਆਂ ਦੀ ਹੈ। ਅਵਗੁਣਵੰਤੀ ਝੁਰ ਕੇ ਮਰਦੀ ਹੈ। ਜੇ ਲੋੜ ਹੈ ਵਰ ਕਾਮਣੀ, ਜੇ ਗੁਰਮੁਖ ਪਿਆਰਿਆ ਤੂੰ ਰੱਬ ਨੂੰ ਮਿਲਣਾ ਚਾਹੁੰਦਾ, ਇਹ ਜੀਵ ਆਤਮਾ ਜੇ ਤੂੰ ਵਾਹਿਗੁਰੂ ਨੂੰ ਮਿਲਣਾ ਚਾਹੁੰਦੀ ਹੈ, ਨਹਿ ਮਿਲੀਐ ਪਿਰ ਕੂੜ। ਕੂੜ ਦਾ ਮਤਲਬ ਹੈ ਕੂੜ। ਜਿੱਥੇ ਕੂੜ ਵਰਤ ਜਾਏ, ਮਹਾਰਾਜ ਕਹਿੰਦੇ ਉੱਥੇ ਸੱਚ ਨਹੀਂ ਵਸ ਸਕਦਾ। ਜਿੱਥੇ ਜ਼ਹਿਰ ਹੁੰਦਾ ਉੱਥੇ ਅੰਮ੍ਰਿਤ ਨਹੀਂ ਹੁੰਦਾ। ਜਿੱਥੇ ਮਨਮਤ ਹੋਏਗੀ ਉੱਥੇ ਗੁਰਮਤ ਨਹੀਂ ਆ ਸਕਦੀ। ਜਿੱਥੇ ਅਵਗੁਣਵੰਤੀ ਹੈ ਉੱਥੇ ਗੁਣਵੰਤੀ ਦੀਆਂ ਬਾਤਾਂ ਹੀ ਨਹੀਂ ਹੋ ਸਕਦੀਆਂ। ਜਿੱਥੇ ਕੂੜੇਆਰ ਨੇ ਉੱਥੇ ਸੱਚ ਕਿੱਥੋਂ ਬੈਠਣਗੇ। ਮਹਾਰਾਜ ਜੀ ਕਹਿੰਦੇ ਇਹ ਸ਼ਰਤ ਹੈ, ਹਉਮੈ ਨਾਵੈ ਨਾਲ ਵਿਰੋਧ ਹੈ, ਦੋਇ ਨਾ ਵਸੈ ਇੱਕ ਥਾਂਏ। ਇਹ ਹੋ ਹੀ ਨਹੀਂ ਸਕਦਾ। ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ। ਜੇ ਵਾਹਿਗੁਰੂ ਨੂੰ ਮਿਲਣਾ ਫਿਰ ਕੂੜ ਕੱਢਣਾ ਪਏਗਾ। ਅਤੇ ਜਦ ਕੂੜ ਕੱਢਣਾ ਪਏਗਾ ਤਾਂ ਕਿਵੇਂ ਕੱਢਣਾ ਪਏਗਾ? ਅਤੇ ਕੂੜ ਆ ਕਿਵੇਂ ਗਿਆ? ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣਹਾਰ। ਉਹਦੇ ਵਿੱਚ ਮਹਾਰਾਜ ਨੇ ਕਿਹਾ ਕਿ ਕੂੜ ਕੂੜੈ ਨੇਹੋ ਲੱਗਾ ਵਿਸਰਿਆ ਕਰਤਾ। ਵਾਹਿਗੁਰੂ ਜੀ ਦਾ ਬਸਿਮਰਨ ਵਿਸਰਨਾ ਹੀ ਕੂੜ ਹੈ। ਅਤੇ ਬਿਸਿਮਰਨ ਤੋਂ ਬਿਨਾਂ ਤੂੰ ਕਹਿੰਦੀ ਹੈ ਕਿ ਮੈਂ ਰੱਬ ਨੂੰ, ਬਿਸਿਮਰਨ ਵਾਲਾ ਜੀਵਨ ਰੱਬ ਨੂੰ ਨਹੀਂ ਮਿਲ ਸਕਦਾ। ਸਿਮਰਨ ਦਾ ਮਤਲਬ ਚੇਤਾ, ਬਸਿਮਰਨ ਦਾ ਮਤਲਬ ਭੁੱਲ ਜਾਣਾ। ਜੇ ਲੋੜ ਹੈ ਵਰ ਕਾਮਣੀ, ਹੇ ਕਾਮਣ ਇਸਤਰੀਏ ਆਤਮਾ, ਜੇ ਵਾਹਿਗੁਰੂ ਵਰ ਨੂੰ ਲੋੜਨਾ ਚਾਹੁੰਦੀ ਹੈ, ਯਾਦ ਰੱਖ ਨਹਿ ਮਿਲੀਐ ਪਿਰ ਕੂੜ। ਕੂੜ ਨੂੰ ਤਿਆਗਣਾ ਪਏਗਾ, ਗੁਣਾਂ ਨੂੰ ਹਾਸਲ ਕਰਨਾ ਪਏਗਾ ਜੀ। ਨਾ ਬੇੜੀ ਨਾ ਤੁਲਹੜਾ, ਨਾ ਪਾਈਐ ਪਿਰ ਦੂਰ। ਨਾ ਤੇਰੇ ਕੋਲ ਗੁਣਾ ਰੂਪੀ ਬੇੜੀ ਹੈ, ਨਾ ਤੇਰੇ ਕੋਲ ਸੱਚ ਰੂਪੀ ਤੁਲਹਾ ਹੈ। ਤੁਲਹਾ ਕਹਿੰਦੇ ਹੈ ਕਿ ਬਾਂਸਾਂ ਨੂੰ ਜੋੜ ਕੇ ਇੱਕ ਸਦਰੀ ਜੀ ਬਣਾਈ ਹੋਈ ਕਸ਼ਤੀ, ਜਿਹਦੇ ਕਿਨਾਰੇ ਨਹੀਂ ਹੁੰਦੇ, ਬਿਲਕੁਲ ਬਾਂਸਾਂ ਨੂੰ ਬੰਨ੍ਹ ਕੇ ਨਾ ਇੱਕੋ ਰੱਸੇ ਦੇ ਨਾਲ, ਉਹਨੂੰ ਤੁਲਹਾ ਕਹਿੰਦੇ ਆ। ਜਿਹੜਾ ਤਰਦਾ ਸਿੱਧਾ। ਬੇੜੀ ਹੁੰਦੀ ਹੈ ਜਿਹਦੇ ਕਿਨਾਰੇ ਹੁੰਦੇ ਹੈ।
ਬੇੜੀ ਦੇ ਕਿਨਾਰੇ ਹੁੰਦੇ ਆ, ਤੁਲਹਾ ਸਿੱਧਾ ਹੁੰਦਾ ਹੈ। ਸੱਚ ਤਾਂ ਇਹ ਹੈ, ਬੇੜੀ ਵੀ ਪਾਰ ਕਰਾ ਦਿੰਦੀ ਹੈ ਅਤੇ ਤੁਲਹਾ ਵੀ ਪਾਰ ਕਰਾ ਦਿੰਦਾ ਹੈ। ਪਰ ਮਹਾਰਾਜ ਕਹਿੰਦੇ ਨਾ ਤੇਰੇ ਕੋਲ ਬੇੜੀ ਹੈ, ਬੇੜੀ ਤੇ ਦੂਰ, ਬੇੜੀ ਤੇ ਫਿਰ ਬਣਾਉਣ ਵਾਸਤੇ ਮੁਸ਼ੱਕਤ ਚਾਹੀਦੀ। ਤੁਲਹਾ ਤੇ ਇੱਕ ਆਮ ਸਿਦਰਾ ਦਾ ਇੱਕ ਕਾਨਿਆਂ ਨੂੰ ਜੋੜ ਕੇ ਬਣਾਇਆ ਜਾਂਦਾ, ਤੇਰੇ ਕੋਲ ਤੇ ਉਹ ਵੀ ਨਹੀਂ। ਇਹਦਾ ਮਤਲਬ ਨਾ ਤੇਰੇ ਕੋਲ ਗੁਣ ਰੂਪੀ ਬੇੜੀ ਹੈ, ਗੁਣ ਕਮਾਉਣੇ ਸੌਖੇ ਨਹੀਂ। ਪਰ ਚਲੋ ਗੁਣ ਰੂਪੀ ਬੇੜੀ ਤੇ ਛੱਡ, ਤੇਰੇ ਕੋਲ ਤੇ ਸੱਚ ਰੂਪੀ ਤੁਲਹਾ ਵੀ ਨਹੀਂ ਹੈ, ਤੁਲਹੜਾ ਵੀ ਨਹੀਂ ਹੈ ਤੇਰੇ ਕੋਲ। ਕਿਸ ਤੇ ਸਵਾਰ ਹੋ ਕੇ ਜਾਏਂਗੀ? ਨਾ ਬੇੜੀ ਨਾ ਤੁਲਹੜਾ ਨਾ ਪਾਈਐ, ਇਵੇਂ ਰੱਬ ਨਹੀਂ ਮਿਲੇਗਾ। ਕਿਉਂਕਿ ਪਿਰ ਦੂਰ, ਤੇਰੇ ਵਾਸਤੇ ਪਾਰ ਬ੍ਰਹਮ ਪਰਮੇਸ਼ਵਰ ਦਾ ਰਸਤਾ ਦੂਰ ਹੈ। ਕਿਉਂਕਿ ਕੂੜਿਆਰ ਕੁੜਿਆਰੀ ਜਾਇ ਰਲਹਿ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਕੂੜ ਸਚਿਆਰ ਵਰਗੇ ਨਹੀਂ ਹੋ ਸਕਦੇ ਜੀ। ਮੇਰੇ ਠਾਕੁਰ ਪੂਰੇ ਤਖਤ ਅਡੋਲ, ਗੁਰਮੁਖ ਪੂਰਾ ਜੇ ਕਰੇ, ਪਾਈਐ ਸਾਚ ਅਤੋਲ ਰਹਾਉ। ਇਹ ਰਹਾਉ ਦੀ ਤੁਕ ਹੈ। ਬੜਾ ਪਿਆਰ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ, ਮੈਂ ਕਿਉਂ ਤੈਨੂੰ ਕਹਿ ਰਿਹਾ ਕਿ ਵਾਹਿਗੁਰੂ ਨਾਲ ਜੁੜ। ਕਿਉਂਕਿ ਵਾਹਿਗੁਰੂ ਤੋਂ ਬਿਨਾਂ ਇੱਥੇ ਸਭ ਕੁਝ ਡੋਲਣ ਵਾਲਾ ਹੈ, ਇੱਥੇ ਸਭ ਕੁਝ ਫਨਾ ਹੋਣ ਵਾਲਾ ਹੈ। ਸਾਨੂੰ ਲੱਗਦਾ ਇਹ ਸਾਡਾ ਸੱਚਾਈ ਤਾਂ ਇਹ ਹੈ ਕਿ ਸਭ ਆਪਣੀਆਂ ਗਰਜ਼ਾਂ ਕਰਕੇ ਜੁੜੇ ਹੋਏ ਨੇ ਭਾਈ। ਸਭ ਨੂੰ ਹੈ ਕਿ ਮੇਰਾ ਉੱਲੂ ਸਿੱਧਾ ਹੋ ਜਾਏ, ਜਿਹੜੀ ਅਸੀਂ ਹਿੰਦੀ ਦੀ ਕਹਾਵਤ ਪੜ੍ਹਦੇ ਹਾਂ। ਆਪਣਾ ਅਤੇ ਇੱਥੋਂ ਤੱਕ ਅਸੀਂ ਬੜੇ ਹੀਨ ਲਫ਼ਜ਼ ਵੀ ਵਰਤਦੇ ਹਾਂ ਕਿ ਮੁਸੀਬਤ ਮੇ ਤੋ ਗਧੇ ਕੋ ਵੀ ਬਾਪ ਬਨਾਤੇ ਹੈ। ਇਹ ਜਿਹੜਾ ਮਹਾਰਾਜ ਜੀ ਦਾ ਸੱਚ ਹੈ ਨਾ, ਮਹਾਰਾਜ ਕਹਿੰਦੇ ਇਸ ਧਰਤੀ 'ਤੇ ਕੁਝ ਵੀ ਅਡੋਲ ਨਹੀਂ ਹੈ। ਸਭ ਆਪਣੀਆਂ ਗਰਜ਼ਾਂ ਕਰਕੇ ਜੁੜੇ ਹੋਏ ਹੈ। ਸਭ ਆਪਣੇ ਆਪ ਨੂੰ ਹੀ ਬਸ ਠੀਕ ਕਰਨ ਵਾਸਤੇ, ਆਪਣਾ ਹੀ ਸਵਾਰਨ ਵਾਸਤੇ। ਕੋਈ ਕਿਸੇ ਦਾ ਸਵਾਰਦਾ ਥੋੜ੍ਹੀ ਹੈ। ਸਭ ਕੋ ਨਿਵੈ ਆਪ ਕੋ, ਪਰ ਕੋ ਨਿਵੈ ਨਾ ਕੋਈ। ਸੱਚ ਇਹ ਹੈ, ਆਪਣਾ ਭਰਨ ਵਾਸਤੇ ਸਾਰੇ ਇੱਕ ਦੂਸਰੇ ਨੂੰ ਝੁਕ ਜਾਂਦੇ ਹੈ, ਪਰ ਕਿਸੇ ਦਾ ਭਲਾ ਕਰਨ ਵਾਸਤੇ ਥੋੜ੍ਹੀ ਕੋਈ ਝੁਕ ਰਿਹਾ, ਕੋਈ ਉਹਦਾ ਸਤਿਕਾਰ ਥੋੜ੍ਹੀ ਕਰ ਰਿਹਾ। ਮਹਾਰਾਜ ਕਹਿੰਦੇ ਇੱਕ ਵਾਹਿਗੁਰੂ ਐਸਾ ਹੈ ਜਿਹੜਾ ਅਡੋਲ ਹੈ, ਜਿਹੜਾ ਸਦਾ ਨਾਲ ਨਿਭਣ ਵਾਲਾ ਹੈ, ਜਿਹੜਾ ਕਦੀ ਨਹੀਂ ਮੁਕਰੇਗਾ, ਕਦੀ ਬਾਂਹ ਨਹੀਂ ਛੱਡੇਗਾ। ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਸੀ, ਚਾਂਦ ਕਵੀ ਨੇ ਗੱਲ ਕੀਤੀ ਸੀ ਨਾ ਕਿ ਬਾਹਾਂ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜੈ, ਬਾਹੇ ਨਾ ਛੋੜੀ ਹੈ। ਗੁਰੂ ਦਾ ਸੁਭਾਅ ਅਤੇ ਵਾਹਿਗੁਰੂ ਦਾ ਸੁਭਾਅ ਅਡੋਲ ਹੈ। ਬਾਕੀ ਜਿੰਨੇ ਸੁਭਾਅ ਨੇ, ਹਮ ਡੋਲਤ ਬੇੜੀ ਪਾਪ ਭਰੀ ਹੈ, ਪਵਨ ਲਗੈ ਮਤ ਜਾਹੀ। ਸਭ ਡੋਲ ਰਿਹਾ। ਮੇਰੇ ਠਾਕੁਰ ਪੂਰਾ ਤਖਤ ਅਡੋਲ, ਉਹ ਜਿੱਥੇ ਬੈਠਾ ਉਹਦਾ ਤਖਤ ਮੈਂ ਤਾਣ ਦੀਵਾਨ, ਤੂੰ ਹੈ ਮੇਰੇ ਸੁਆਮੀ ਮੈਂ ਤੁਧ ਆਗੈ ਅਰਦਾਸ। ਮੈਂ ਹੋਰ ਥਾਉ ਨਾਹੀ ਜਿਸ ਪੈ ਕਰੂੰ ਬਿਰੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਉਹ ਅਡੋਲ ਹੈ। ਗੁਰਮੁਖ ਪੂਰਾ ਜੇ ਕਰੇ, ਪਰ ਗੁਰੂ ਦੇ ਰਾਹੀਂ ਇਹ ਪਤਾ ਲੱਗਦਾ ਪ੍ਰਭੂ ਕਿਹੋ ਜਿਹਾ ਹੈ। ਗੁਰਪੂਰਾ ਜੇ ਮਿਲ ਪਏ, ਗੁਰਮੁਖ ਦਾ ਮਤਲਬ ਹੈ ਗੁਰੂ ਦੇ ਰਾਹੀਂ ਪੂਰਾ ਵਾਹਿਗੁਰੂ ਜੇ ਪ੍ਰਤੱਖ ਮਿਲ ਜਾਏ, ਪਾਈਐ ਸਾਚ ਅਤੋਲ। ਫਿਰ ਉਹ ਅਤੋਲਵਾਂ ਪ੍ਰਭੂ ਜਿਹੜਾ ਆਪੇ ਕੰਡਾ ਤੋਲ ਤਰਾਜੀ, ਪ੍ਰਭ ਆਪੇ ਤੋਲਣਹਾਰ ਹੈ, ਜਿਹੜਾ ਆਪ ਹੀ ਅਤੋਲ, ਜਿਹਨੂੰ ਤੋਲਿਆ ਨਹੀਂ ਜਾ ਸਕਦਾ, ਜਿਹਨੂੰ ਮਿਣਿਆ ਨਹੀਂ ਜਾ ਸਕਦਾ, ਉਹਦੇ ਗੁਣਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਉਹ ਵਾਹਿਗੁਰੂ ਮਿਲਦਾ ਹੈ ਰਹਾਉ। ਪ੍ਰਭ ਹਰ ਮੰਦਰ ਸੋਹਣਾ, ਤਿਸ ਮਹਿ ਮਾਣਕ ਲਾਲ, ਮੋਤੀ ਹੀਰਾ ਨਿਰਮਲਾ, ਕੰਚਨ ਕੋਟਰੀ ਸਾਲ, ਬਿਨ ਪੌੜੀ ਗੜ ਕਿਉ ਚੜਾਉ, ਗੁਰ ਹਰ ਧਿਆਨ ਨਿਹਾਲ। ਦੇਖ ਆਪਣੇ ਆਪ ਨੂੰ, ਇਹ ਸਰੀਰ ਵਿਕਾਰਾਂ ਤੇ ਇੰਦਰੀਆਂ ਦੇ ਰਸ ਨੂੰ ਭੋਗਣ ਲਈ ਨਹੀਂ ਸੀ ਮਿਲਿਆ। ਇਹ ਸਰੀਰ ਖਾਏ ਕਰੈ ਬਦ ਫੈਲੀ ਵਾਸਤੇ ਨਹੀਂ ਸੀ ਮਿਲਿਆ। ਇਹ ਸਰੀਰ ਭੀ ਖਾਣੇ ਸਿਉ ਦੋਸਤੀ ਖਾਧਾ ਹੋਆ ਸਵਾ, ਉਹਦੇ ਲਈ ਨਹੀਂ ਸੀ ਮਿਲਿਆ। ਇਹ ਸਰੀਰ ਮੁਰਦਾ ਖਿਆਲਾਂ ਨੂੰ ਅੰਦਰ ਦਫਨ ਕਰਨ ਵਾਸਤੇ, ਚਿੰਤਾਵਾਂ ਨੂੰ ਦੱਬਣ ਵਾਸਤੇ, ਜਾਂ ਅੰਦਰ ਰੋਗਾਂ ਸੋਗਾਂ ਦੀ ਅੱਗ ਵਿੱਚ ਸੜਨ ਲਈ ਨਹੀਂ ਸੀ ਮਿਲਿਆ। ਇਹ ਸਰੀਰ ਕਿਸ ਲਈ ਮਿਲਿਆ ਸੀ? ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਭਾਈ। ਗੁਰੂ ਦੀ ਸੇਵਾ ਤੇ ਭਗਤੀ ਲਈ ਇਹ ਹਰਮੰਦਰ ਸਰੀਰ ਹੈ ਭਾਈ। ਇਹਨੂੰ ਰੱਬ ਦਾ ਮੰਦਰ ਬਣਾ,
ਇਹਨੂੰ ਵਿਕਾਰਾਂ ਦਾ ਐਵੇਂ ਕਬਰਸਤਾਨ ਨਾ ਬਣਾ ਜਿ ਜੋੜੇ ਵਿਕਾਰ ਹੋਣ ਅੰਦਰ ਦਫਨ ਕਰ ਦੇ। ਨਹੀਂ ਜੀ ਮੈਂ 10 ਸਾਲ ਪੁਰਾਣਾ ਉਸ ਤੋਂ ਵੀ ਬਦਲਾ ਲੈਣਾ, ਮੈਂ ਉਹਦਾ ਵੀ ਮਾੜਾ, ਉਹਨੇ ਮੇਰਾ ਮਾੜਾ ਕੀਤਾ ਸੀ। ਇੰਨਾ ਕੁਛ ਅੰਦਰ ਦਬਿਆ ਹੋਇਆ। ਮਹਾਰਾਜ ਕਹਿੰਦੇ ਇਹਨੂੰ ਕਿਉਂ ਤੂੰ ਵਿਕਾਰਾਂ ਦਾ ਘਰ ਬਣਾਇਆ? ਇਹਨੂੰ ਹਰੀ ਦਾ ਮੰਦਰ ਬਣਾ। ਜੇ ਇਹ ਬੰਦਗੀ ਕਰੇਗਾ, ਸਰੀਰ ਆਪਣਾ ਵੀ ਭਲਾ ਕਰੇਗਾ ਤੇ ਦੂਜਿਆਂ ਦਾ ਵੀ ਭਲਾ ਕਰੇਗਾ। ਅਸੀਂ ਜਪ ਬਾਣੀ 'ਚ ਪੜ੍ਹਦੇ ਹਾਂ, ਨਾਨਕ ਤਰੈ ਤਾਰੇ ਗੁਰ ਸਿੱਖ। ਗੁਰੂ ਕਾ ਸਿੱਖ ਜਿਹੜਾ ਆਪ ਵੀ ਬੰਦਗੀ ਕਰਕੇ ਆਪਣੇ ਸਰੀਰ ਨੂੰ ਪਵਿੱਤਰ ਕਰਦਾ, ਜੀਵਨ ਨੂੰ ਪਵਿੱਤਰ ਕਰਦਾ ਤੇ ਦੂਸਰਿਆਂ ਦਾ ਵੀ ਭਲਾ ਕਰ ਦਿੰਦਾ। ਦੂਸਰਿਆਂ ਹੁਣ ਮਹਾਰਾਜ ਜੀ ਇਹੀ ਕਹਿੰਦੇ ਹੈ ਨਾ ਕਿ ਪਰ ਕਾ ਬੁਰਾ ਨਾ ਰਾਖੋ ਚੀਤ। ਧੰਨ ਗੁਰੂ ਅਰਜੁਨ ਸਾਹਿਬ ਜੀ। ਜੇ ਪਰ ਦਾ ਬੁਰਾ ਰੱਖਾਂਗੇ, ਮਹਾਰਾਜ ਕਹਿੰਦੇ ਇਹ ਤੇ ਦੋ ਧਾਰੀ ਤਲਵਾਰ ਦੀ ਤਰ੍ਹਾਂ ਹੈ। ਕਿਸੇ ਦਾ ਬੁਰਾ ਮੰਗਣ ਨਾਲ ਅਸੀਂ ਆਪਣਾ ਵੀ ਬੁਰਾ ਮੰਗੀ ਜਾ ਰਹੇ ਹਾਂ। ਇਹ ਸੱਚ ਹੁੰਦਾ, ਇਹ ਕਰਮਾਂ ਦਾ ਖੇਡ ਹੈ। ਇਸ ਕਰਕੇ ਜੇ ਕਿਸੇ ਦਾ ਭਲਾ ਮੰਗਾਂਗੇ, ਮਹਾਰਾਜ ਕਹਿੰਦੇ ਆਪਣਾ ਵੀ ਭਲਾ ਹੀ ਹੋਏਗਾ। ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਸਾਹਿਬ ਜੀ ਕਹਿੰਦੇ ਪ੍ਰਭ ਹਰਮੰਦਰ ਸੋਹਣਾ। ਇਹ ਸਰੀਰ ਬੜਾ ਸੋਹਣਾ ਹਰਮੰਦਰ ਹੈ। ਤਿਸ ਮਹਿ ਮਾਣਕ ਲਾਲ। ਇਹਦੇ ਅੰਦਰ ਗੁਣਾਂ ਦੇ ਖਜ਼ਾਨੇ ਨੇ, ਪਰ ਖੋਜੇਗਾ ਕੌਣ? ਕੋਈ ਵਿਰਲਾ ਖੋਜੇਗਾ। ਜਪਜੀ ਸਾਹਿਬ 'ਚ ਰੋਜ਼ ਖੋਜਦੇ ਹਾਂ, ਮਤ ਵਿੱਚ ਰਤਨ ਜਵਾਹਰ ਮਾਣਕ। ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ, ਇੱਕ ਦੇ ਬੁਝਾਈ। ਗੁਰੂ ਨੇ ਇਹੀ ਕਿਹਾ ਨਾ, ਇੱਕੋ ਹੀ ਦੱਸਿਆ। ਇੱਕ ਸੁਣੀ ਕਿਹੜੀ ਹੈ? ਉਹ ਹੈ ਸਭਨਾ ਜੀਆਂ ਕਾ ਇੱਕ ਦਾਤਾ। ਉਹ ਸਾਰਿਆਂ ਦੀ ਸੰਭਾਲ ਕਰ ਰਿਹਾ, ਫਿਰ ਮੈਂ ਬੁਰਾ ਕਿਉਂ ਮੰਗ ਰਿਹਾ ਕਿਸੇ ਦਾ? ਉਹ ਤੇ ਬੁਰਿਆਂ ਨੂੰ ਵੀ ਦੇਣ ਵਾਲਾ ਹੈ। ਜੇ ਮੈਂ ਉਹਦਾ ਹੋ ਰਿਹਾ, ਫਿਰ ਮੈਨੂੰ ਉਹਦੇ ਵਰਗਾ ਹੋਣਾ ਪਏਗਾ। ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ। ਇਹ ਸਰੀਰ ਬੰਦਗੀ ਕਰਨ ਵਾਸਤੇ ਮਿਲਿਆ। ਮਹਾਰਾਜ ਕਹਿੰਦੇ ਸੇਵਾ ਵਾਸਤੇ ਮਿਲਿਆ। ਇਹਦੇ ਅੰਦਰ ਮੋਤੀ ਮਾਣਕ ਲਾਲ ਜਦ ਤੱਕ ਪ੍ਰਗਟ ਨਹੀਂ ਹੋਏ, ਨਾ ਬੰਦਗੀ ਪ੍ਰਵਾਨ ਨਾ ਸੇਵਾ ਪ੍ਰਵਾਨ। ਮੋਤੀ ਮਾਣਕ ਲਾਲ ਕੀ ਨੇ? ਮਹਾਰਾਜ ਕਹਿੰਦੇ ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ। ਕਿ ਜਦ ਕੋਈ ਬੋਲਦਾ ਵੀ ਹੈ ਗੁਰਮੁਖ, ਤੇ ਉਹਦੇ ਬੋਲਣ ਵਿੱਚੋਂ ਹੀ ਮੋਤੀ ਮਾਣਕ ਲਾਲ ਨਿਕਲਦੇ ਨੇ। ਜਦ ਕੋਈ ਸੋਚਦਾ ਗੁਰਮੁਖ, ਕਿਸੇ ਦੇ ਭਲੇ ਲਈ ਸੋਚਦਾ। ਜਿੱਥੇ ਬਹਿੰਦਾ, ਜਿੱਥੇ ਜਾਏ ਬਈਐ ਭਲਾ ਕਹੀਐ, ਝੋਲ ਅੰਮ੍ਰਿਤ ਪੀਜੈ। ਉਹਦੇ ਦਾਮ ਹੁੰਦੇ ਨੇ, ਉਹਦੀਆਂ ਕੀਮਤਾਂ ਹੁੰਦੀਆਂ ਨੇ। ਮਹਾਰਾਜ ਕਹਿੰਦੇ ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰੀਸਾਲ। ਰੀਸਾਲ ਕਹਿੰਦੇ ਸੋਹਣਾ ਘਰ। ਸੋਹਣਾ ਘਰ ਤੂੰ ਬਾਹਰ ਕਿੱਥੇ ਲੱਭਣ ਜਾ ਰਿਹਾ? ਤੈਨੂੰ ਆਪਣਾ ਘਰ ਰੱਬ ਨੇ ਦਿੱਤਾ, ਸਭ ਨੂੰ ਆਪਣਾ ਆਪਣਾ ਘਰ ਦਿੱਤਾ। ਆਪਣੇ ਘਰ ਨੂੰ ਸੋਹਣਾ ਬਣਾਈਏ। ਕਾਹੇ ਰੇਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਮੋਤੀ ਹੀਰਾ ਨਿਰਮਲਾ, ਇਹਦੇ ਅੰਦਰ ਸੱਚ ਰੂਪੀ ਸੁੱਚਾ ਮੋਤੀ ਹੈ ਜੀਵਨ ਦਾ। ਇਹਦੇ ਅੰਦਰ ਸੋਹਣਾ ਚਮਕਣ ਵਾਲਾ ਬੇਸ਼ਕੀਮਤੀ ਗੁਣਾਂ ਦਾ ਸਹਿਜ ਸੰਤੋਖ ਦਾ ਹੀਰਾ ਹੈ। ਤੇ ਇਹਦੇ ਅੰਦਰ ਪਾਰ ਬ੍ਰਹਮ ਪਰਮੇਸ਼ਵਰ ਦੇ ਖਵਣ ਗੁਣ ਵਾਲੇ, ਨਿਮਰਤਾ ਵਾਲੇ, ਸੱਚ ਵਾਲੇ, ਧਰਮ ਵਾਲੇ ਨਿਰਮਲ ਲਾਲ ਪਏ ਨੇ। ਭਾਈ ਇਹ ਸੋਨੇ ਦਾ ਕਿਲਾ ਕਿਸ ਦਿਨ ਹੋਏਗਾ? ਹਜੇ ਇਹ ਮਿੱਟੀ ਦਾ। ਜੇ ਸੋਨੇ ਦਾ ਕਰਨਾ ਹੈ, ਗੁਰਮੁਖ ਢੂੰਡ ਢੂੰਡੇਂਦਿਆਂ ਹਰ ਸੱਜਣ ਲੱਥਾ ਰਾਮ ਰਾਜੇ। ਗੁਰੂ ਕੋਲ ਆ ਤੇ ਸੱਜਣ ਵਾਹਿਗੁਰੂ ਦੀ ਭਾਲ ਕਰ। ਫਿਰ ਕੀ ਹੋਏਗਾ? ਕੰਚਨ ਕਾਇਆ ਕੋਟ ਗੜ ਵਿੱਚ ਹਰ ਹਰ ਸਿੱਧਾ। ਇਹ ਮਿੱਟੀ ਸਰੀਰ ਵੀ ਸੋਨੇ ਰੂਪੀ ਕੀਮਤੀ ਹੋ ਜਾਏਗਾ। ਇਹ ਪ੍ਰਵਾਨ ਹੋ ਜਾਏਗਾ। ਕੰਚਨ ਕੋਟ ਰਿਸਾਲ। ਪਰ ਇਸ ਕਿਲੇ ਨੂੰ ਜਿੱਤਣਾ ਕੋਈ ਸੌਖਾ ਹੈ? ਕੋਈ ਜੋ ਸੌਖਾ ਹੈ? ਅਸੀਂ ਬਾਣੀ 'ਚ ਪੜ੍ਹਦੇ ਹਾਂ ਨਾ, ਕਿਉਂ ਲੀਜੈ ਗੜ ਬੰਕਾ ਭਾਈ, ਦੋਵਰ ਕੋਟ ਅਰ ਤੇਵਰ ਖਾਈ। ਤੇ ਇਹਦੇ ਅੰਦਰ ਕੋਈ ਵੜਨਾ ਸੌਖਾ ਹੈ? 5-25 ਮੋਹ ਮਦ ਮਦਸਰ ਆਡੀ ਪਰਬਲ ਮਾਇਆ। ਇਸ ਕਿਲੇ ਦੇ ਅੰਦਰ ਸੁਰਤ ਨੂੰ ਲੈ ਕੇ ਜਾਣਾ ਸੌਖਾ ਨਹੀਂ ਹੈ। ਨਾ ਤੇਰੇ ਕੋਲ ਗੁਰੂ ਦੇ ਸ਼ਬਦ ਦੀ ਪੌੜੀ ਹੈ, ਨਾ ਤੇਰੇ ਕੋਲ ਗੁਰੂ ਦੇ ਸ਼ਬਦ ਦਾ ਆਸਰਾ ਹੈ ਕੋਈ। ਬਿਨ ਪੌੜੀ ਗੜ ਕਿਉਂ ਚੜ੍ਹੋ? ਗੁਰੂ ਕਾ ਸ਼ਬਦ ਪੌੜੀ ਹੈ ਸੁਰਤ ਨੂੰ। ਜੇ ਇਹ ਪੌੜੀ ਮਿਲ ਜਾਏ ਤੇ ਸੁਰਤ ਫਿਰ ਗੁਰੂ ਦੇ ਘਰ ਤੱਕ ਪਹੁੰਚੇਗੀ, ਫਿਰ ਪਰਮਾਤਮਾ ਦੇ, ਫਿਰ ਉਤਾਂ ਵੱਲ ਜਾਏਗੀ। ਪੌੜੀ ਦਾ ਸੁਭਾਅ ਹੁੰਦਾ ਉੱਤੇ ਲੈ ਕੇ ਜਾਣਾ। ਪੌੜੀ ਉੱਤੇ ਚੜ੍ਹਨ ਵਾਸਤੇ ਹੁੰਦੀ ਹੈ, ਥੱਲੇ ਤੇ ਬੰਦਾ ਬਾਅਦ 'ਚ ਉਤਰਦਾ। ਪਹਿਲਾਂ ਚੜ੍ਹੇਗਾ ਤੇ ਥੱਲੇ ਉਤਰੇਗਾ। ਪੌੜੀ ਅਸਲ 'ਚ ਚੜ੍ਹਨ ਵਾਸਤੇ ਹੁੰਦੀ ਹੈ। ਇੱਥੇ ਗੁਰੂ ਆਸਰਾ ਹੈ। ਗੁਰ ਪੌੜੀ ਗੜ ਕਿਉਂ ਚੜ੍ਹੋ? ਕਿਉਂ ਦਾ ਭਾਵ ਕਿਵੇਂ?
गुरु रूपी पौड़ी बिन पौड़ी गढ़ क्यों चढ़ो। गुरु रूपी ते पौड़ी है ही नहीं, शब्द ते ध्याया ही नहीं। गुर हर ध्यान निहाल, जे चढ़ना गुरु दे शब्द नूं, गुरु नूं अपने ध्यान विच लैके आ, अपनी सुरत विच आख गुरु गुरु गुर कर मन मोर, गुरु बिना मैं नाहीं होर। गुर की टेक रहो दिन रात, जाकी कोई ना मिटै दात। गुर परमेसर एको जान, क्यों उन्हों ही एक जान, जो तिस भावै सो प्रवान। जो गुरु कर रहा है भला कर रहा है। जे अपने मन अंदर गुरु के ध्यान नूं लैके आवांगे, महाराज कहते तू निहाल है, तू निहाल है, तेरे उत्ते साडी खुशी है। इनू महाराज कहते गुर हर ध्यान निहाल। गुर पौड़ी बेड़ी गुरु, गुर तुल्हा हर नाम। गुर सर सागर बोहे थो, गुर तीरथ दरियाओ। जे तिस पावै उजली, सत सर नावण जाऊं। गुरु तो बिना किसी का पार उतारा नहीं। सिखा सच्चा गुरु धन गुरु नानक साहब, धन गुरु गोबिंद सिंह, गुरु ग्रंथ साहब सच्चे पातशाह। गुर बिन घोर अंधार, गुरु बिन समझ ना आवे। गुर बिन सुरत ना सिद्ध, गुरु बिन मुक्त ना पावे। जब दुनिया तो थक जाएगा ना, अक जाएगा, जब देख लेगा कि दुनिया होशियार बेदार दुनिया, जब समझ आ जाएगा दुनिया मुकामे फानी तहकीक दिलदानी, जब दिल विच तहकीकात करेगा हुण की करा। महाराज कहते फिर गुरु ग्रंथ साहब जी के सन्मुख आ जी, हथ जोड़ के अरदास करी। गुरु ही तेरे लिए पौड़ी है, गुरु ही बेड़ी है, ते गुरु का दिता होया नाम खजाना ही तेरे लिए तुल्हा है। गुर पौड़ी बेड़ी गुरु, गुर तुल्हा हर नाओ। गुरु ही तेरे लिए तुल्हा, तुल्हड़ा पिछे पढ़ के आया, हुण लफ्ज़ तुल्हा इको ही भाव है, गुणा रूपी तुल्हा है। गुर सर सागर बोहिथो, गुर तीरथ दरियाओ। जे जीवन के भव सागर नूं लोकां दे आसरे तरन का यतन करेगा ना, फिर महाराज कहते हम देखा तह डूबियले। ਜਿਹੜੇ ਡੁੱਬਦੇ ਪਏ ਨੇ ਉਹਨਾਂ ਦੇ ਆਸਰੇ ਕਿਵੇਂ ਤਰਾਂਗੇ ਅਸੀਂ। ਡੁੱਬਦਿਆਂ ਦੇ ਆਸਰੇ ਤੇ ਡੁੱਬਾਂਗੇ, ਪਰ ਜੇ ਗੁਰੂ ਦੇ ਆਸਰੇ ਤੂੰ ਤਰੇਂਗਾ, ਫਿਰ ਗੁਰੂ ਹੀ ਤੇਰੇ ਲਈ ਸਾਗਰ ਬਣ ਜਾਏਗਾ, ਗੁਰੂ ਹੀ ਤੇਰੇ ਲਈ ਬੋਹਿਤ ਬਣ ਜਾਏਗਾ, ਤੇ ਗੁਰੂ ਹੀ ਤੇਰੇ ਲਈ ਸਾਰਾ ਕੁਝ ਤੀਰਥ ਤੇ ਦਰਿਆਓ ਬਣ ਜਾਏਗਾ। ਗੱਲ ਇੰਨੀ ਹੈ, ਸਾਨੂੰ ਆਸਰਾ ਦੁਨੀਆ ਦਾ, ਪਰ ਉਹ ਆਸਰਾ ਮਹਾਰਾਜ ਕਹਿੰਦੇ ਸਾਡੇ ਲਈ ਨਹੀਂ ਲੋੜੀਂਦਾ ਹੋ ਸਕਦਾ। दुनिया का आसरा कुछ चिर या कुछ पल या कुछ हद तक है, पर इको आसरा जिहड़ा अडोल है गुर सर सागर बोहित हो। जे गुरु का आसरा बनाया, गुरु सर का मतलब सरोवर, सागर ते बोहित का मतलब बेड़ा। गुर तीरथ दरियाओ, गुरु ही पार उतारन वास्ते सब कुछ बन जाएगा। आप ही सागर बन के सानू पार उतारेगा। आप ही साडे मन नूं धोण वास्ते गुरु का शब्द तीरथ दरियाओ है। जे तिस भावै उजली, जब तक गुरु नूं पसंद नहीं आया ना, उन्ना चिर तक ना सेवा प्रवान ते ना सिमरन प्रवान ते ना तीर्थां ते जाया प्रवान। तीरथ नावां जे तिस भावां, विण भाणे के नहाए करी। ਉਹਦੀ खुशी भाणे तो बिना, ਉਹਦੀ खुशी तो बिना नहाउण ਦਾ भी की फायदा तीर्थां ਦਾ। जद ਉਹਦੀ खुशी नहीं लई, ਉਹਦੇ गुणा ਉਹਦੇ रस्ते ते नहीं तुरे, अपनी आप हुज्जत। महाराज कहते जे तिस भावै उजली, जद वाहिगुरू ਨੂੰ ਭਾਏਗਾ ਤਾਂ ਮਨ ਉਜਲ ਹੈ। सत सर नहावण जाओ। सत सर ਦਾ मतलब है सत रूपी सरोवर, गुरु ही है। ਇਹਦੇ ਵਿੱਚ तीरथ नहावण जाओ, तीरथ नाम है, तीरथ शब्द विचार अंतर ज्ञान है। गुरु ही तीरथ है जिहदे विच मन दी मैल धुलदी है जी। पूरो पूरो आखिए पूरे तखत निवास, पूरे थान सुहावणै, पूरे आस निरास। नानक पूरा जे मिलै, क्यों काटे गुणतास। बंदा कभी संपूर्ण नहीं हो सकता। काम बहुत थे, काम होते भी चले गए,
एक बंदगी इबादत थी जो टलती रही, एक इबादत ही टलती रही, कल करांगे कल करांगे। सुखमनी साहब कल तो, सहज पाठ कल तो, वो कल काल ही बन गया, पता ही नहीं लग्या। महाराज कहते पूरो पूरो आखिए पूरा तख्त निवास, ਉਹਦਾ ਨਿਵਾਸ ਪੂਰੇ ਅਡੋਲ ਤਖਤ 'ਤੇ ਹੈ। ਸੱਚਖੰਡ ਵਸੈ ਨਿਰੰਕਾਰ, ਜਿੱਥੇ ਤੱਕ ਕਿਸੇ ਦੀ ਹੁਜਤ ਨਹੀਂ ਚੱਲ ਸਕਦੀ। ਬੰਦਾ ਕਹਿੰਦਾ ਮੈਂ ਤੈਨੂੰ ਵੇਖ ਲਾਂਗਾ, ਮੈਂ ਤੈਨੂੰ ਦੱਸ ਦਾਂਗਾ, ਮੇਰੀ ਤਾਕਤ ਦਾ ਤੈਨੂੰ ਕੀ ਪਤਾ। ਪਰ ਮਹਾਰਾਜ ਕਹਿੰਦੇ ਉਹਦੀ ਤਾਕਤ ਨੂੰ ਕੋਈ ਲਾ ਸਕਦਾ, ਕੋਈ ਕਹਿ ਸਕਦਾ? ਉਹਦੇ ਸਾਹਮਣੇ ਕਿਸੇ ਦੀ ਤਾਕਤ ਨਹੀਂ ਚੱਲਦੀ। ਇਹਨੂੰ ਕਿਹਾ ਪੂਰਾ ਤਖਤ ਨਿਵਾਸ, ਉਹਦੇ ਤਖਤ ਨੂੰ ਕੋਈ ਨਹੀਂ ਲਾ ਸਕਿਆ। ਪੂਰਾ ਥਾਨ ਸੁਹਾਵਣਾ, ਤੇ ਜਿੱਥੇ ਵਾਹਿਗੁਰੂ ਬਖਸ਼ ਗਿਆ, ਬਹਿ ਗਿਆ ਨਾ, ਭਾਵੇਂ ਜਿਸ ਹਿਰਦੇ ਵਿੱਚ ਵੀ ਆ ਕੇ ਬਹਿ ਗਿਆ, ਉਹ ਥਾਨ ਸੁਹਾਵਾ ਹੋ ਗਿਆ। ਥਾਨ ਸੁਹਾਵਾ ਪਵਿੱਤ ਹੈ ਜਿੱਥੈ ਸੰਤ ਸਭਾ ਢੋਈ ਤਿਸੀ ਨੋ ਮਿਲੈ, ਜੇ ਪੂਰਾ ਗੁਰੂ ਲਧਾ। ਪੂਰੇ ਗੁਰੂ ਦੇ ਨਾਲ ਮਨ ਪਵਿੱਤਰ ਹੁੰਦਾ ਹੈ। ਪੂਰਾ ਆਸ ਨਿਰਾਸ, ਵਾਹਿਗੁਰੂ ਸਾਰੀਆਂ ਆਸਾਂ ਪੂਰਨ ਕਰਨ ਵਾਲਾ ਹੈ। ਨਿਆਸਰਿਆਂ ਦੀ ਆਸਰਿਆਂ ਆਸਰਾ ਰੂਪ ਹੈ। ਨਾਨਕ ਪੂਰਾ ਜੇ ਮਿਲੈ ਕਿਉਂ ਘੱਟ ਹੈ, ਗੁਣ ਤਾਸ। ਜੇ ਪੂਰਾ ਗੁਰੂ ਮਿਲ ਜਾਏ, ਉਹਦੇ ਅੰਦਰ ਗੁਣਾਂ ਦੀ ਤਾਸ ਖਜ਼ਾਨਾ ਕਦੀ ਘਟਦਾ ਨਹੀਂ ਹੈ, ਉਹਦੇ ਅੰਦਰ ਵੱਧਦਾ। ਖਾਵਹਿ ਖਰਚਾ ਰਲ ਮਿਲ ਭਾਈ, ਟੋਟ ਨਾ ਆਵੈ ਵੱਧਦੋ ਜਾਏ। ਸ੍ਰੀ ਰਾਗ ਮਹਿਲਾ ਪਹਿਲਾ, ਆਵੋ ਭੈਣੇ ਗਲ ਮਿਲਾਂ, ਅੰਕ ਸਹੇਲੜੀਆਂ, ਮਿਲ ਕੇ ਕਰਾਂ ਕਹਾਣੀਆਂ, ਸਮਰੱਥ ਕੰਤ ਕੀਆਂ, ਸਾਚੇ ਸਾਹਿਬ ਸਭ ਗੁਣ, ਔਗਣ ਸਭ ਅਸਾਂ। ਚੌਪਦੀਆਂ ਦੇ ਸ਼ਬਦ ਨੇ, ਹਰ ਇੱਕ ਪਦੇ ਦੀ 3 ਤੁਕਾਂ ਨੇ। ਰਹਾਉ ਗਿਣਤੀ ਵਿੱਚ ਨਹੀਂ ਆਉਂਦੀਆਂ ਤੁਕਾਂ। ਹਰ ਰਹਾਉ ਦੀ ਤੁਕ ਦੇ ਅੱਗੇ ਇੱਕ ਹੀ ਪਿਆ ਹੁੰਦਾ। ਜੇ ਇੱਕ ਰਹਾਉ ਹੈ, ਉਹ ਬਾਕੀ ਸ਼ਬਦ ਦੀ ਗਿਣਤੀ ਨਾਲ ਨਹੀਂ ਚੱਲਦਾ। ਜੇ 2 ਨੇ, ਫਿਰ ਦੂਸਰੇ ਰਹਾਉ ਦੇ ਅੱਗੇ 2 ਪਿਆ ਹੋਏਗਾ। 3-3 ਪਦਿਆਂ ਦੇ ਇਹ 3-3 ਤੁਕਾਂ ਦੇ ਪਦੇ ਨੇ। ਸਤਿਗੁਰ ਸੱਚੇ ਪਾਤਸ਼ਾਹ ਇਸ ਸ਼ਬਦ ਵਿੱਚ ਜਿਹੜਾ ਸ੍ਰੀ ਰਾਗ ਦਾ 10ਵਾਂ ਸ਼ਬਦ ਹੈ, ਮਹਾਰਾਜ ਕਹਿੰਦੇ ਆਓ ਗੁਰਮੁਖ ਪਿਆਰਿਓ, ਬਾਹਰੋਂ ਜਿੰਨਾ ਮਰਜ਼ੀ ਤੁਹਾਡੇ ਅੰਦਰ ਬੈਰ ਵਿਰੋਧ ਚੱਲ ਰਿਹਾ ਹੋਏ, ਤੁਹਾਡੇ ਅੰਦਰ ਦੀ ਭਾਵਨਾ ਮਾੜੀ ਹੋਏ, ਪਰ ਗੁਰੂ ਸੰਗਤ ਵਿੱਚ ਆਉਣ ਦੀ ਇੱਕੋ ਇੱਕ ਮਰਿਆਦਾ ਹੈ, ਇੱਥੇ ਸਾਰੇ ਇੱਕ ਹੋ ਜਾਓ, ਇੱਥੇ ਸਾਰੇ ਗਲਵਕੜੀਆਂ ਪਾਓ, ਇੱਥੇ ਕੋਈ ਵੈਰ ਵਿਰੋਧ ਨਹੀਂ ਚੱਲਦਾ। ਗੁਰੂ ਦੀ ਖੁਸ਼ੀ ਹੈ, ਆਵੋ ਭੈਣੇ ਗਲ ਮਿਲੈ, ਆਓ ਜੀ ਵਿਸਰਿਓ, ਆਓ ਗੁਰਮੁਖ ਪਿਆਰਿਓ। ਗਲ ਮਿਲਹਿ ਦਾ ਮਤਲਬ ਆਪਾਂ ਆਤਮਕ ਰੂਪੀ ਇੱਕ ਹੋਈਏ। ਅੰਕ ਅੰਕ ਦਾ ਮਤਲਬ ਇੱਕੋ ਹੀ ਹੋ ਜਾਈਏ। ਅੰਕ ਸਹੇਲੜੀਆਂ, ਜਿਵੇਂ 2 ਸਖੀਆਂ ਇੱਕੋ ਹੁੰਦੀਆਂ ਨੇ, ਅੰਦਰ ਦੀਆਂ ਬਾਤਾਂ, ਅੰਦਰ ਦੀਆਂ ਭਾਵਨਾਵਾਂ, ਇਵੇਂ ਗੁਰਮੁਖ ਜੀਵ ਇਸਤਰੀਆਂ ਇੱਕੋ ਜਿਹੀਆਂ ਹੁੰਦੀਆਂ ਨੇ। ਮਿਲ ਕੇ ਕਰਹਿ ਕਹਾਣੀਆਂ, ਸਮਰੱਥ ਕੰਤ ਕੀਆਂ। ਇੱਥੇ ਗੁਰੂ ਦੇ ਸ਼ਬਦ ਦੀਆਂ ਬਾਤਾਂ ਪਾਈਏ। ਸਮਰੱਥ ਗੁਰੂ ਵਾਹਿਗੁਰੂ ਜੀ ਦੀਆਂ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ। ਸਾਡੇ ਪੁੱਤਾਂ ਨੂੰ ਸਪੁੱਤ ਬਣਾਉਣ ਵਾਲੀ ਇਹ ਗੁਰੂ ਕੀ ਬਾਤਾਂ ਨੇ। ਇਹ ਕਰੀਏ। ਸਾਚੇ ਸਾਹਿਬ ਸਭ ਗੁਣ, ਅਵਗੁਣ ਸਭ ਅਸਾਂ। ਬਾਹਰ ਅਸੀਂ ਜਿੰਨੇ ਮਰਜ਼ੀ ਵਿਦਵਾਨ ਹੋਈਏ, ਜਿੰਨੇ ਮਰਜ਼ੀ ਮਹਾਨ ਹੋਈਏ, ਇੱਥੇ ਅਸੀਂ ਅਵਗੁਣਾਂ ਦੇ ਭਰੇ ਹੋਏ ਹਾਂ। ਅਤੇ ਇੱਥੇ ਇੱਕੋ ਇੱਕ ਮਹਾਨ ਗੁਰੂ ਸਮਰੱਥ ਹੈ। ਹੋਰ ਇੱਥੇ ਵੱਡਾ ਕੋਈ ਨਹੀਂ ਹੋ ਸਕਦਾ। ਗੁਰੂ ਨਾਨਕ ਸਾਹਿਬ ਕਹਿੰਦੇ ਇਸ ਸਰਦਲ ਨੂੰ ਟੱਪਿਆਂ ਅੰਦਰ ਆਇਆ, ਸਾਰੇ ਗੁਣ ਗੁਰੂ ਦੇ ਅਤੇ ਸਾਰੇ ਅਵਗੁਣ ਮੇਰੇ। ਇੱਥੇ ਆ ਕੇ ਇਹੀ ਅਰਦਾਸ ਹੁੰਦੀ ਹੈ, ਹਮ ਅਵਗੁਣ ਭਰੇ ਏਕ ਗੁਣ ਨਾਹੀਂ। ਸਾਚੇ ਸਾਹਿਬ ਸਭ ਗੁਣ, ਅਵਗੁਣ ਸਭ ਅਸਾਂ। ਇਹ ਲਫ਼ਜ਼ ਲੈਂਦੀ ਦਾ ਅਸਾਂ ਤੁਸਾਂ ਲਫ਼ਜ਼ ਜਿਹੜਾ ਵਰਤਦੇ ਹਾਂ, ਅਸਾਂ ਦਾ ਅਤੇ ਤੁਸਾਂ ਦਾ। ਅਸਾਂ ਦੇ ਵਿੱਚ ਸਾਰੇ ਅਵਗੁਣ ਨੇ। ਮਹਾਰਾਜ ਤੁਸੀਂ ਸਾਰੇ ਗੁਣਾਂ ਦੇ ਦਾਤੇ ਹੋ। ਰਹਾਉ ਦੀ ਤੁਕ ਸਤਿਗੁਰ ਜੀ ਕੀ ਬਖਸ਼ਿਸ਼ ਕਰਦੇ। ਸਰਵਣ ਕਰੋ, ਸਾਰੇ ਜਪੋ ਜੀ। ਕਰਤਾ ਸਭ ਕੋ ਤੇਰੇ ਜੋਰ, ਏਕ ਸ਼ਬਦ ਵਿਚਾਰੀਐ, ਜਾ ਤੂੰ ਤਾਂ ਕਿਆ ਹੋਰ ਰਹਾਉ। ਇੱਥੇ ਆ ਕੇ ਪਤਾ ਲੱਗਦਾ ਕਿ ਸਾਡਾ ਜ਼ੋਰ ਇੱਥੇ ਵੀ ਨਹੀਂ ਚੱਲਣਾ ਅਤੇ ਇਸ ਸਰਦਲ ਤੋਂ ਟੱਪ ਕੇ ਵੀ ਨਹੀਂ ਚੱਲਣਾ। ਬਾਹਰ ਭਾਵੇਂ ਜਿੰਨੇ ਬਣੀਏ, ਭਾਵੇਂ ਜੋ ਮਰਜ਼ੀ ਮੈਂ ਕਹਾਂ, ਮੇਰੇ ਵਰਗਾ ਕੋਈ ਕਥਾਵਾਚਕ ਨਹੀਂ, ਕੋਈ ਵਿਦਵਾਨ ਨਹੀਂ। ਮੈਂ ਇੱਥੇ ਵੀ ਉੱਜਤ ਕਰਾਂ, ਉੱਧਰ ਵੀ ਉੱਜਤ ਕਰਾਂ, ਪਰ ਉਸ ਵਾਹਿਗੁਰੂ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ। ਕੋਈ ਵੀ ਹੋਏ, ਮਹਾਰਾਜ ਕਹਿੰਦੇ ਮਤਾ ਕਰੈ ਪੱਛਮ ਕੈ ਤਾਈ,
पूरब ही ले जा। है कोई जोर? साहिब जी कबीर साहब कहते जो मैं चितवो ना करे, क्या मेरा चितवै होए? अपना चितविया हर करे, जो मेरे चित ना होए। मैं अपना सोची जा रहा, मैं ये करांगा तो वो हो नहीं रहा। तो जो मैं कदी 7 जन्मां च नहीं सोचिया, रब ने वो करता। मार कहते हुण दस की करेंगा, हुण की करेंगा? जोर उदा है। इस करके सिख दे अंदर दीनी ते दैवी भै होना अत लोड़ींदा है। भै तो बिना सिख नहीं है। जे गुरु दा भै नहीं, फिर सिक्खी दा पहला कदम भी नहीं परवान। रहाऊ दी तुक ने महाराज कहते ने, करता सब को तेरा जोर। ते जोर रोज़ पढ़ते हैं। जोर ना मंगण देण ना जोर, जोर ना जीवन मरण न जोर, जोर ना राज माल मन शोर, जोर ना सुरती ज्ञान विचार, जोर ना जुगती छुटै संसार। जिस हथ जोर कर वेखै सोए, उहदे हथ दे विच सारा जोर है। नानक उत्तम नीच ना कोई। उत्तम नीच साडे कहण नाल थोड़ी। साहिब जी कहंदे एक शब्द विचारी है। गुरु दा एक दा भाव है, जिहड़ी गुरु दी बाणी है, गुरु दा शब्द है, एक वाहिगुरु दे नाल जोड़न वाला। उस शब्द दी बाणी दी विचार कर, जा तू ता क्या होर। जिथे वाहिगुरु है उथे फिर कोई नहीं चल सकता। जिथे वाहिगुरु दा हुक्म चल गया, उथे किसी दा हुक्म नहीं। जा तू ता मैं सब को, तू साहिब मेरी रास जियो। ये सुचज्जी दा बचन है रहाओ। जाए पुछो सोहागणी, तुसी राविया किनी गुणी। सहज संतोख शिंगारिया, मिठा बोलनी। फिर रीसालू ता मिलै, जा गुर का शब्द सुनी। गुरमुख जीव इस्त्रियां दियां बातां की होंदियां ने? कोई बातां संसारी थोड़ी होणगियां। कोई ये थोड़ी होएगा लंगर छकिया लूण घट सी वध सी, नहीं। बड़ी संजीदगी चाहिए। मुर्दा होए मुरीद ना हसन रोवना, ये है मुर्दे दी मुरीद। उन्हें पाया उन्हें पाया, नहीं। इत्थे हासा ठाठा नहीं, इत्थे बड़ी संजीदगी। तो गुरमुखां दियां जिहड़ियां बातां हुंदियां ने ना, एक दूसरी नूं यही पुछदी है कि तेरा मन किवें जुड़िया वाहिगुरू जी दे चरणां 'च? मैनूं दस खां, किवें इन्ना चोकड़ा लग जांदा है तेरे तो? किवें एक चोकड़े 'च सुखमनी साहब पढ़ लैंदी है? मैनूं दस खां, ये विराग किस तरह आया? ये चेहरे 'च जिहड़ा इलाही नूर वरतदा है, दरगाही सच तेरियां अखां दे अंदरों प्रगट होंदा है, कित्थों आया? ये की बख्शिशां ने? जाए पुछो सुहागणी, तुसी राविया किनी गुणी। एक बारी नहीं, अगे भी सतगुर जी का जद असीं तिलंग राग पढ़ांगे, जाए पुछो सुहागणी, वाहे किणी बाती शोह पाई है। कि दुनिया की गल्लां नाल पाया? नहीं, अपना आप गवा के पाया। जाए पुछो सुहागणी, तुसी राविया। राविया का मतलब उन्होंने किवें पसीज लिया, वाहिगुरू की खुशी किवें लै गया, किनी गुणी, किहड़े गुण नाल। ते अगों जीव इस्त्री गुरमुख गुणवंती कहती है, सुन भैणे, सहज संतोख सिंगारिया मिठा बोलनी। कहते मेरे अंदर तीनों ही गुण सी, एक सहज दा, सबर दा, एक जो गुरु ने दिता है उन्होंने कबूल करके संतोख विच रहना, ते मिठा बोलन दा शिंगार करना। मेरे को कुड़तन वाला शिंगार नहीं है। ये है सहज संतोख सिंगारिया। ये शिंगारिया लफ्ज़ सहज ते संतोख नाल भी है, ते मिठा बोलनी वास्ते भी है। ये दोनों नाल चलेगा, अगेतर भी ते पिछेतर भी। मेरे अंदर दा जिहड़ा शिंगार है सहज संतोख ते मिठा बोलन दा है। फिर रीस आलू रसां दा घर, रस रूपी सोहना वाहिगुरू तां मिलै, जा गुर का शब्द सुनी। होर अरल बरल दियां बातां छड्ड मेरी भैणे, इक्को काम कर, दिन राती प्रभु दे शब्द नूं सुन। मुखों अला ते कन्ना तो सुन, तां वाहिगुरू दी प्राप्ति है जी। कीतियां तेरियां कुदरती, केवड़ तेरी दात। कीते तेरे जी जंत, सिफत करें दिन रात। कीते तेरे रूप
रंग केते जात अजात। फिर जिस दिन सिमरन करना, कन्नों बाणी सुननी, होर निंदा चुगली द्वैश त्याग दिती ना, फिर पता लगेगा मैं थोड़ी ध्यारी हाँ। कुदरत दिसै, कुदरत सुनिए, कुदरत भाव सुखसार, कुदरत पाताली आकाशी, कुदरत सर्व आकार। मैनू लगता आकाश भी उन्होंने ध्या रहा है, धरती भी उन्होंने ध्या रही है, सारा आकार उन्होंने ध्या रहा है। केतियां तेरी कुदरती, वाह बलहार जावां सच्चे पातशाह, जिन्ना चिर तक ध्याया नहीं सी, सुनिया नहीं सी, ये मन च सी कि रब कित्थों मिलेगा। जब ध्याना शुरू किया तो सारे पासे तू ही तू है। फिर तो कुदरत दिसै, कुदरत सुनिए, कुदरत भाव सुखसार, दिसदा भी तू है, तेरी कुदरत, सब कुछ तू है। केतियां तेरी कुदरती, केवड़ तेरी दात, कैसी तेरी दात है, बख्शिश है प्रभु के देंदा दे, लेंदे थक पाहें, जुगां जुगंतर खाही खाएं। पत्थरां दे अंदर बैठियां नूं दातां दे रहे तू। केते तेरे जी जंत सिफत कर हैं दिन रात, सच्चे तुद आखें लख करोड़, सच्चे सब ताण, सच्चे सब जोड़। सच्ची तेरी सिफत, सच्ची साला, सच्ची तेरी कुदरत, सच्चे पातशाह, सब सब तेनू ध्यार है। केते तेरे जीव जंत, जी जंत तेरे ने सिफत करें दिन रात। कोयल तेरी सिफत, चिड़ी तेरी सिफत, बींडे तेरी सिफत कर रहे हैं, जर्रा जर्रा धरती तेरी सिफत कर रही है। इथों तक हर हट भी तू तू करे कि जीवन विच मैं जिहड़े काम कर रहा मैनू उहदे विचों भी रब दीयां आवाज़ां। केते तेरे रूप रंग, केते जात अजात, कैसे रूप रंग बनाए, जात अजात, वड्डियां नीवियां, वखरे वखरे तरह के लोक ते जीव जंत पैदा कीते, सब ध्यानू ध्यानू ध्यारे ने जी। सच मिलै सच उपजै, सच मह साच समाए, सुरत होवै पत उगवै, गुर बचनी पाओ खाए, नानक सच्चा पातशाह, आपे लए मिलाए। हुण जपण नाल नहीं कल्ली गत होनी, जीव इस्त्री अगों दसदी है। जपदियां जपदियां कूड़ खत्म होए ते अंदर सच पैदा हो जाए, सिरज जाए, तो सच किसी का डर की परवाह नहीं करता। हाँ, झूठ विच डर हुंदा, झूठ चेते रखना पैंदा, सच सच ही हुंदा। सच मिलै सच उपजै, वाहिगुरू नूं ध्याया सच पैदा होना चाहिए। ये नहीं कि ध्या रहा पर अंदरों झूठा, अंदरों झूठे पैज, बाहर दुनिया अंदर फैल, 68 तीरथ जे नावै उतरै नाही मैं। सच स्पर्श होना चाहिए। सच मिला सच उपजै, सच मैं साच समाए, साच मन सच्चा हो के उहदे विच समा जे। तो फिर शब्द ध्याई जा रहे हैं, प्रवान है। महाराज कहते सुरत होवै पत उगवै, जे सुरत किथे होर भज्जी फिरदी है, शब्द असी मूँह तो पढ़ी जा रहे हैं, महाराज कहते फिर पत प्रवान नहीं है। सुरत शब्द विच जुड़ेगी तो प्रभु की दरगाह 'च पत मिलेगी। गुरबचनी भाव खाए, गुरु के बचन के नाल दुनिया जन्म मरण के भाव सब खत्म हो जाएंगे। गुरु के शब्द की कमाई सारे डर नूं खत्म कर देगी। नानक सच्चा पातशाह आपे लए मिलाए, वो पातशाह सच्चा दा सच है, वो आपे ही मिला लेंदा है जी। श्री राग महला पहला, भली सरी जे उबरी, हाउ मैं मुई करा, दूत लगे फिर चाकरी, सतगुर का वेसा, कलप त्यागी बाद है, सच्चा वे परवाह। धन गुरु नानक साहब महाराज जी कहते, वाहिगुरू मैं किन्ना कुछ शुकराना करा तेरा। मैनू ये सी कि दुनिया गुरु घर जाती है, बाणी पढ़ती है, उन्होंने की मिलता होएगा, की लेंदे ने, अपना मौज करन, मस्ती करन, पैसे कमाउण, अपना बच्चियां नूं समा देण, अपने घर परिवारां नूं देण, कारोबार करन, की पिया धर्म विच। फिर महाराज जद मैं धर्मी बनया, तेरे दर ते आया, मैनू पता लग्या मैं किन्ना क्रोधी सी, पहला मैं किन्ना कामी सी, किन्ना कल्पदा सी अंदरों। ਇੱਥੇ आके पता लग्या कि वो कल्पना दुनिया के जीवां दे विच रहिंदियां नहीं मिटनी, उत्थे ते वधनी है, जे घटनी है तो ਇੱਥੇ आके घटी है। किन्ना सोहना शब्द है, भली सरी
ਕਿੰਨਾ ਸੋਹਣਾ ਕੀਤਾ, ਭਲਾ ਕਰ ਦਿੱਤਾ, ਸਾਰ ਦਿੱਤਾ ਮੇਰਾ ਜੀਵਨ। ਨਹੀਂ ਤੇ ਕਿੱਥੇ ਮੈਂ ਧੱਕੇ ਖਾ ਰਹੀ ਹੁੰਦੀ, ਸੜ ਰਹੀ ਹੁੰਦੀ ਤ੍ਰਿਸ਼ਨਾ ਦੀ ਅੱਗ 'ਚ। ਭਲੀ ਸਰੀ ਜੇ ਉਭਰੀ, ਮੈਂ ਉਭਰ ਗਈ, ਮੇਰੀ ਸੁਰਤ ਉਭਰ ਗਈ। ਹਉਮੈ ਮੂਈ ਘਰਾ, ਮੇਰੇ ਘਰ ਵਿੱਚੋਂ ਮੇਰੀ ਹਉਮੈ ਖਤਮ ਕਰਤੀ। ਵਾਹਿਗੁਰੂ ਜੀ ਤੁਹਾਡੇ ਦਰ ਨੇ, ਇਸ ਦਰ 'ਤੇ ਸਿਰ ਝੁਕਾਇਆ, ਮੇਰੇ ਅੰਦਰੋਂ ਮੈਂ ਖਤਮ ਹੋਈ, ਜਿਹੜੇ ਸਾਰੇ ਕਲੇਸ਼ਾਂ ਦੀ ਜੜ ਸੀ, ਸਾਰੇ ਰੋਗਾਂ ਦੀ ਜੜ ਸੀ, ਹਰ ਲੜਾਈ ਦੀ ਜੜ ਹੀ ਹਉਮੈ ਮੈਂ ਹੁੰਦੀ ਹੈ। ਤੂੰ ਮੇਰੀ ਵਾਹਿਗੁਰੂ ਮੈਂ ਖਤਮ ਕਰ ਦਿੱਤੀ, ਭਲੀ ਕਰ ਦਿੱਤਾ, ਭਲਾ ਕਰ ਦਿੱਤਾ। ਦੂਤ ਲੱਗੇ, ਹੁਣ ਇਹੀ ਕਿਹਾ ਨਾ ਕਬੀਰ ਸਾਹਿਬ, ਪਹਿਲਾਂ ਜੇ ਸੀ ਪਹਿਲੀ ਕਰੂਪ ਕੁਜਾਤ ਕੁਲਖਣੀ, ਸਹੁਰੇ ਪਈਆ ਬੁਰੀ, ਅਬ ਕੀ ਸਰੂਪ ਸੁਜਾਨ ਸੁਲਖਣੀ, ਸਹਿਜੇ ਉਦਰ ਧਰੀ, ਭਲੀ ਸਰੀ ਮੋਹ ਮੇਰੀ ਪਹਿਲੀ ਬਰੀ। ਕਿ ਚੰਗਾ ਹੋਇਆ ਮੇਰੀ ਪਹਿਲੀ ਮੱਤ ਸੜ ਗਈ, ਇੱਥੇ ਆ ਕੇ ਜੁਗ ਜੁਗ ਜੀਵੋ ਮੇਰੀ ਅਬ ਕੀ ਤਰੀ। ਹੁਣ ਵਾਲੀ ਮੱਤ ਬੜਾ ਸੁੱਖ ਦਿੰਦੀ ਹੈ। ਹਉਮੈ ਮੂਈ ਘਰਾ, ਮੇਰੇ ਘਰ ਵਿੱਚੋਂ, ਘਰਾ ਦਾ ਮਤਲਬ ਇਸ ਸਰੀਰ ਰੂਪੀ ਮਨ ਰੂਪੀ ਘਰ ਵਿੱਚੋਂ ਹਉਮੈ ਮਰ ਗਈ। ਦੂਤ ਲੱਗੇ ਫਿਰ ਚਾਕਰੀ, ਪਹਿਲਾਂ ਮੈਂ ਜਿਨ੍ਹਾਂ ਦੂਤਾਂ ਦੀ ਚਾਕਰੀ ਲੱਗੀ ਸਾਂ ਵਿਕਾਰਾਂ ਦੀ, ਹੁਣ ਉਹ ਦੂਤ ਮੇਰੀ ਚਾਕਰੀ ਲੱਗ ਗਏ ਨੇ, ਮੇਰੇ ਵੱਸ ਵਿੱਚ ਆ ਗਏ ਨੇ। ਦੂਤ ਲੱਗੇ ਹੈ ਫਿਰ ਚਾਕਰੀ, ਸਤਿਗੁਰ ਕਾ ਵੇਸਾ, ਵੇਸਾ ਸਤਿਗੁਰ ਦਾ ਆਸਰਾ ਹੈ। ਕਲਪ ਤਿਆਗੀ, ਬਾਦ ਹੈ, ਤਿਆਗੀ ਦੋਨੋਂ, ਕਲਪ ਨਾਲ ਵੀ ਤੇ ਬਾਦ ਨਾਲ ਵੀ। ਕਲਪ ਵੀ ਤਿਆਗਤਾ ਹੈ ਤੇ ਬਾਦ ਵੀ। ਕਲਪ ਦਾ ਮਤਲਬ ਕਲਪਨਾ, ਹਾਏ ਕੀ ਬਣੇਗਾ, ਕੀ ਹੋਏਗਾ, ਕਿਵੇਂ ਹੋਏਗਾ, ਇਹ ਗੁਰੂ ਦੇ ਸ਼ਬਦ ਵਿੱਚੋਂ ਖਤਮ ਹੋ ਗਈ। ਬਾਦ, ਵਾਦ ਵਿਵਾਦ, ਲੜਾਈ ਝਗੜੇ, ਜਿਹੜੇ ਬੇਫਜ਼ੂਲ ਬੋਲਣੇ ਸਨ, ਐਵੇਂ ਅੰਦਰੋਂ ਝੁਰਦੀ ਮਰਦੀ ਸਾਂ, ਉਹ ਵੀ ਮਾੜਾ, ਉਹ ਵੀ ਮਾੜਾ, ਇਹ ਸਭ ਖਤਮ ਹੋ ਗਿਆ। ਗੁਰੂ ਦਾ ਸ਼ਬਦ ਸ਼ੁਰੂ ਹੋ ਗਿਆ ਤੇ ਆਉਣਾ। ਮੈਨੂੰ ਇਹ ਹੋ ਗਿਆ, ਮੈਂ ਕੀ ਲੈਣਾ ਦੁਨੀਆ ਨਾਲ, ਮੈਨੂੰ ਤੇ ਮੇਰਾ ਭਗਵੰਤ ਕਰਤਾਰ ਮਿਲੇ। ਕਲਪ ਤਿਆਗੀ ਬਾਦ ਹੈ, ਇਹ ਬਾਦ ਵਿਵਾਦ ਹੈ, ਸੱਚਾ ਬੇਪਰਵਾਹ। ਹੁਣ ਪਤਾ ਲੱਗ ਗਿਆ ਜਿਸ ਨੂੰ ਧਿਆਰੀਆਂ ਉਹ ਵੀ ਬੇਪਰਵਾਹ ਹੈ, ਤੇ ਮੈਂ ਵੀ ਬੇਪਰਵਾਹ ਹੋ ਕੇ ਜੀਵਨ ਬਤੀਤ ਕਰਾਂ। ਇੱਥੇ ਬਹੁਤਾ ਸਮਾਂ ਨਹੀਂ ਹੈ, ਨਾ ਕਲਪਣ ਵਾਸਤੇ ਨਾ ਬਾਦ ਵਿਵਾਦ ਕਰਨ ਵਾਸਤੇ। ਸਮਾਂ ਹੈ ਗੁਰਸੇਵਾ ਤੇ ਭਗਤੀ ਲਈ ਜੀ। ਮਨ ਰੇ ਸੱਚ ਮਿਲੈ ਭਉ ਜਾਏ, ਭੈ ਬਿਨ ਨਿਰਭਉ ਕਿਉ ਥੀਐ, ਗੁਰਮੁਖ ਸ਼ਬਦ ਸਮਾਏ ਰਹਾਉ। ਮੇਰੇ ਮਨ, ਸੱਚ ਤੋਂ ਬਿਨਾਂ ਤੇਰੇ ਅੰਦਰੋਂ ਡਰ ਨਹੀਂ ਖਤਮ ਹੋ ਸਕਦਾ। ਜਿਸ ਦਿਨ ਸੱਚ ਦੀ ਪ੍ਰਾਪਤੀ ਹੋਏਗੀ, ਡਰ ਖਤਮ ਹੋ ਜਾਏਗਾ, ਭੈ ਚਲਾ ਜਾਏਗਾ। ਭੈ ਬਿਨ ਨਿਰਭਉ ਕਿਉਂ ਥੀਐ, ਜਿਸ ਮਨ 'ਚ ਡਰ ਹੈ ਉਹ ਨਿਰਭਉ ਨਹੀਂ ਹੋ ਸਕਦਾ। ਤੇ ਨਿਰਭਉ ਹੋਣ ਵਾਸਤੇ ਡਰ ਖਤਮ ਕਰਨੇ ਪੈਣਗੇ। ਗੁਰਮੁਖ ਸ਼ਬਦ ਸਮਾਏ, ਤੇ ਡਰ ਗੁਰੂ ਦੇ ਦਿੱਤੇ ਸ਼ਬਦ ਵਿੱਚ ਮਨ ਸੁਰਤ ਨੂੰ ਸਮਾਉਣਾ ਪਏਗਾ। ਰਹਾਉ ਕੀਤਾ ਆਖਣ ਆਖੀਐ, ਆਖਣ ਤੋਟ ਨਾ ਹੋਏ, ਮੰਗਣ ਵਾਲੇ ਕਿਤੜੇ, ਦਾਤਾ ਏਕੋ ਸੋਏ, ਜਿਸਕੇ ਜੀ ਪ੍ਰਾਣ ਹੈ, ਮਨ ਵਸੈ ਸੁਖ ਹੋਏ। ਮੇਰੀ ਲਿਸਟ ਮੰਗਣ ਦੀ ਇੰਨੀ ਵੱਡੀ ਹੈ ਜਿਹਦਾ ਅੰਤ ਨਹੀਂ। ਤੇ ਇੱਥੇ ਕਿੰਨੇ ਕੁ ਕਰੋੜਾਂ ਨੇ ਜਿਨ੍ਹਾਂ ਨੇ ਕਿੰਨਾ ਕੁਛ ਮੰਗਣਾ ਹੈ, ਕਿੰਨਾ ਕੁਛ ਮੰਗ ਰਹੇ ਨੇ, ਤੇ ਦੇਂਦਾ ਦੇ ਲੈਂਦੇ ਥੱਕ ਪਾਏ। ਉਹ ਲੈ ਲੈ ਕੇ ਥੱਕ ਜਾਣਗੇ, ਵਾਹਿਗੁਰੂ ਜੀ ਨੇ ਦੇ ਕੇ ਨਹੀਂ ਥੱਕਣਾ। ਮਹਾਰਾਜ ਜੀ ਕਹਿੰਦੇ ਕਿੰਨਾ ਕੁਛ ਕੀਤੇ ਆਖਣ ਆਖੀ ਹੈ, ਆਖੈਂ ਤੋਟ ਨਾ ਹੋਏ। ਆਖਣ ਦਾ ਮਤਲਬ ਦੇ ਜਾ, ਦੇ ਮੈਨੂੰ ਇਹ ਵੀ ਦੇ ਵਾਹਿਗੁਰੂ, ਇਹ ਵੀ ਚਾਹੀਦਾ, ਇਹ ਵੀ ਚਾਹੀਦਾ। ਕਦੀ ਨਹੀਂ ਰੱਜਦੇ, ਕਦੀ ਤੋਟ ਨਹੀਂ, ਕਦੀ ਘਾਟਾ ਨਹੀਂ ਆਇਆ। ਮੰਗੀ ਜਾ ਰਿਹਾ, ਮੰਗੀ ਜਾ ਰਿਹਾ। ਫਿਰ ਮੰਗਣ ਵਾਲੇ ਕੇਤੜੇ, ਦਾਤਾ ਏਕੋ ਸੋਏ। ਮੰਗਣ ਵਾਲੇ ਅਸੀਂ ਸਾਰੇ ਹਾਂ, ਇੱਕ ਦਾਤਾ ਸਭ ਜਗਤ ਭਿਖਾਰੀਆ। ਸਾਰੇ ਮੰਗਣ ਵਾਲੇ, ਸਭ ਜਾਚੈ ਹਰ ਮੰਗ ਮੰਗਣਾ, ਸਭ ਨੂੰ ਮੰਗਣਾ ਆਉਂਦਾ। ਇੱਕ ਦੇਣ ਵਾਲਾ ਦਾਤਾ ਹੈ, ਜਿਸ ਕੇ ਜੀ ਪ੍ਰਾਣ ਹੈ, ਮਨ ਵਸਿਆ ਸੁਖ ਹੋਏ। ਪਰ ਜਿਹਨੂੰ ਪਤਾ ਹੈ ਕਿ ਜਿੰਦ ਤੇਰੀ, ਇਹ ਪ੍ਰਾਣ ਤੇਰੇ, ਵਾਹਿਗੁਰੂ ਦੁਨੀਆ ਦੇ ਪਦਾਰਥ ਨਾ ਜਿੰਦ ਨੂੰ ਸਦਾ ਰੱਖ ਸਕਦੇ ਨੇ, ਨਾ ਪ੍ਰਾਣਾਂ ਨੂੰ ਸੁਖ ਵਸਾ ਸਕਦੇ ਨੇ। ਜੇ ਕੋਈ ਮੈਨੂੰ ਸੁਖ ਤੇ ਮੈਨੂੰ ਆਸਰਾ ਦੇ ਸਕਦੀ ਹੈ, ਉਹ ਤੂੰ ਹੈ। ਦੁਨੀਆ ਮੈਂ ਬਹੁਤ ਮੰਗ ਲਈ, ਮੈਨੂੰ ਵਾਹਿਗੁਰੂ ਤੂੰ ਮਿਲ ਪੈ। ਇਹਨੂੰ ਕਹਿ ਮਹਾਰਾਜ, ਜਿਸਕੇ ਜੀ ਪ੍ਰਾਣ ਹੈ, ਮਨ ਵਸਿਆ ਸੁਖ ਹੋਏ। ਤੂੰ ਮੇਰੇ ਮਨ ਵਿੱਚ ਆ ਕੇ ਵਸ ਪੈ ਜੀ। ਜਗ ਸੁਪਨਾ ਬਾਜੀ ਬਣੀ, ਖਿਨ ਮਹਿ ਖੇਲ ਖੇਲਾਏ, ਸੰਜੋਗੀ ਮਿਲ ਏਕ ਸੇ, ਵਿਜੋਗੀ ਉਠ ਜਾਏ, ਜੋ ਤਿਸ ਪਾਣਾ ਸੋ ਥੀਐ, ਅਵਰ ਨ ਕਰਨਾ ਜਾਏ। ਜਗਤ
जगत की सच्चाई ये है कि जगत सुपना ही है, कुछ हाथ नहीं आना। असी सब कुछ देख लेंगे हैं सुपने च, ये मिल गया, ये मिल गया, अख खुली, कुछ भी नहीं है, कुछ भी नहीं है। जग सुपना बाजी बनी, खिन मैं खेल खिलाए। ये खेल खिन दा संसार दा। इन्नी कुछ उम्र मेरी लंघ गई है, मैनूं इउं लगदा कल दी गल है, अजे कुछ कीता सी। इउं लगदा कि हजे रजौरी गार्डन साहब कथा की शुरुआत कल की सी ते हो गए 4 साल। किवें समा बतीत होंदा है, हजे कर लियां ही गल्लां लगदियां ने, संगत नाल मिलाप, ये सारा शुरुआत। ये मारे कहंदे एवें खेल के एवें सारा समा बीत जाता है, पता नहीं लगता। फिर संजोगी मिल एक से, विजोगी उठ जाए, तो संजोग विजोग दोए कार चलावे। जिन्हां दे संजोग सन उन्हां नाल मिल पे, जिथे विजोग दा हुक्म आ गया उत्थे विछोड़े पै गए। की कर सके असी? कुछ कर थोड़ी सके तुहाडे हुक्म अगे वाहिगुरू। जिन्हां दा विजोगां दा आ गया हुक्म उन्हां ने चलना है। फिर असी भी सोचिया, बाणी विचों पढ़िया कि असा भे उत्थे जाना, साडी भी वारी आउणी है, वारी आपो अपनी, कोई ना बंदा धीर। मारे कहंदे विछड़ांगे, असी भी जाना, संजोग पै रहे ने। ये धरती का सुभाव है, ये रब का हुक्म है। जो तिस भाणा सो थी है, अवर ना करना जाए। वह भाणा है, बस महाराज इस भाणे नूं मन्नण दी ताकत बख्शो। असी कुछ कर नहीं सकते हाँ जी। गुरमुख वस्त वेसाही है, सच वखर सच रास। जिन्नी सच बनंजिया, गुरपूरे शाबास। नानक वस्त पछाण सी, सच सौदा जिस पास। गुरु कोल आके कोई विरले नाम की वस्त मंगण आउंदा है, नाम का खजाना वपार करना आउंदा है। सच वखर सच रास की प्राप्ति उन्होंने होंदी है। जिन्हीं सच बन गया, जिन्हों ने सच की प्राप्ति की, पूरे गुरु ने शाबाश आख्या। नानक वस्त पछाण सी, सच सौदा जिस पास। एक शब्द होर है, सच्चे पातशाह महाराज गुरु नानक साहब कहते कि कोई विरला गुरमुख इस वस्त नूं पछाणदा है, ते जिहड़ा पछाण लैंदा है उहदे कोल गुरु दे शब्द दी दात हुंदी है जी। श्री राग महल पहला, तात मिलै फुन तात कहो। सिफती सिफत समाए, लाल गुलाल गहबरा। सच्चा रंग चढ़ाओ, सच मिलै संतोखिया। हर जप एक पाए। जद सुनियार कोल गहने लैके जाईदा ना, उन्होंने ये कहेगा ये मेरे हाथ, मैं कहीए कि मेरे गल च पाने वाला, ये मेरे कन्ना च पाने वाला, इनू ये बड़ा सोहना बनया इसका डिज़ाइन। सुनियारा कहेगा मैनू डिजाइन डिजून का नहीं पता, मैं भट्ठी च पा के सारे एक कर देने, मेरे लिए सब बराबर ने। बस इवें ही जद असी गुरु कोल आउंदे आ, मैं वड्डा, मैं कारोबारी हाँ, मैं करोड़पति हाँ, मैं अरबपति हाँ, मैं खरबपति हाँ, इत्थे आके सब बराबर ने। इत्थे कोई किसी का बाहर का झूठा शिंगार नहीं है। धात मिलै फुन धात को, यह है श्री राग महल पहला। महल लिखिया होया, इनू महल ही पढ़दा, औंकड़ नाल लिखिया कि जद धात धात विच मिल जाती है ना, इवें सुरत शब्द विच मिल जाती है। सिफती सिफत समाए, गुरु की सिफत करदे गुरु विच समा जाते हैं। लाल गुलाल गहबा सच्चा रंग चढ़ाओ, किसी विरले दे उत्ते सच्चा रंग चढ़ता है। लाल रंग तिसको लगा जिसकै बड़ भागा, जिंदे उत्ते चढ़ गया सच मिलै संतोखिया। संतोखी गुरमुख प्यारियां नूं सच की प्राप्ति होंदी है। हर जप एक है भाए, उन्हां दे अंदर वाहिगुरू दा सिमरन इक्को ही प्रेम दे विच हुंदा है। जिहो जिहा सिमरन रब नाल, ओहो जिहा सिमरन संसार सारियां नूं इक्को ही नज़र नाल वेखदे ने जी। पाई रे संत जना की रेण, संत सभा गुर पाई है। मुकत पदारथ तेण रहाओ। वे मेरे भरा, संतां दी संगत विच आके बैठ, संगतां च आके बैठ। दान महिंडा तली खाक जे मिलै तां मस्तक लाइया। किथे मंगण वास्ते धक्के खाएगा? आ मैं तैनूं दसां, ये संगत ही काम देन पार जात हर हर रुख। इत्थे आके तेरियां सारियां मनोकामनावां पूर्ण होणगीਆਂ, संसारी भी ते निरंकारी भी।
ਕਿਥੇ ਨਾ ਜਾ, ਸੰਗਤ ਦੀ ਸ਼ਰਨ ਵਿੱਚ ਆ ਕੇ ਬੈਠ। ਸੰਤ ਸਭਾ ਗੁਰ ਪਾਈਐ, ਗੁਰੂ ਵੀ ਪਾਏਗਾ। ਅੱਗੇ ਮਹਾਰਾਜ ਜੀ ਕਹਿੰਦੇ ਮੁਕਤ ਪਦਾਰਥ ਧੇਣ, ਧੇਣ ਗਾਂ ਨੂੰ ਕਿਹਾ ਜੀ, ਕਾਮ ਧੇਨ ਗਾਂ, ਜਿਹੜੇ ਮਨੋ ਕਾਮਨਾਵਾਂ ਪੂਰਨ ਕਰਨ ਵਾਲੀ ਜਿਹੜੀ ਕਲਪ ਗਾਂ ਮੰਨੀ ਗਈ ਹੈ ਰੁੱਖ। ਕਹਿੰਦੇ ਇਹ ਸੰਗਤ ਵਿੱਚ ਸਾਰਾ ਕੁਝ ਮੁਕਤੀ ਪਦਾਰਥ ਤੇ ਦੁਨੀਆ ਦੇ ਸੁੱਖ ਮਿਲਦੇ ਨੇ। ਰਹਾਓ ਊਚਾਓ ਥਾਨ ਸੁਹਾਵਣਾ, ਊਪਰ ਮਹਿਲ ਮੁਰਾਰ, ਸੱਚ ਕਰਨੀ ਦੇ ਪਾਈਐ, ਦਰ ਘਰ ਮਹਿਲ ਪਿਆਰ, ਗੁਰਮੁਖ ਮਨ ਸਮਝਾਈਐ, ਆਤਮ ਰਾਮ ਵਿਚਾਰ। ਵਾਹਿਗੁਰੂ ਜੀ ਦਾ ਥਾਨ ਸੁਹਾਵਾ ਪਵਿੱਤ ਹੈ, ਉੱਥੇ ਜਿੱਥੇ ਸਾਡੀ ਸੁਰਤ ਨਹੀਂ ਪਹੁੰਚੀ। ਉੱਪਰ ਮਹਿਲ ਮੁਰਾਰ ਦਾ ਮਤਲਬ ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣੈ ਗੁਣ ਤੇਰੇ। ਪਰਾਂ ਤੋਂ ਪਰਾਂ ਸੱਚ ਕਰਨੀ ਦੇ ਪਾਈ ਹੈ, ਦਰ ਘਰ ਮਹਿਲ ਪਿਆਰ। ਸੱਚ ਕਰਨੀ ਕਰਕੇ ਹੀ ਸਾਨੂੰ ਉਸ ਵਾਹਿਗੁਰੂ ਜੀ ਦੀ ਸੋਝੀ ਹੁੰਦੀ ਹੈ, ਉਹਦੇ ਘਰ ਮਹਿਲ ਦੇ ਵਿੱਚ ਮਨ ਟਿਕਦਾ ਹੈ, ਪਿਆਰ ਮਿਲਦਾ ਹੈ। ਗੁਰਮੁਖ ਮਨ ਸਮਝਾਈਐ, ਆਤਮ ਰਾਮ ਵਿਚਾਰ। ਗੁਰੂ ਦੇ ਰਾਹੀਂ ਮਨ ਸਮਝਾਵਣ ਕਾਰਨ ਹੈ ਕਛੁਵਕ ਪੜੀਐ ਗਿਆਨ। ਗੁਰੂ ਦੇ ਸ਼ਬਦ ਨੂੰ ਪੜ੍ਹ ਕੇ ਮਨ ਨੂੰ ਸਮਝਾਈਏ ਕਿ ਵੇ ਮੇਰੇ ਮਨ, ਪ੍ਰਭੂ ਦੇ ਨਾਮ ਦੀ ਵਿਚਾਰ ਕਰ, ਆਪਣੇ ਆਤਮ ਨੂੰ ਪਵਿੱਤਰ ਕਰ। ਤ੍ਰਿਵਿਧ ਕਰਮ ਕਮਾਈਐ, ਆਸ ਅੰਦੇਸਾ ਹੋਏ, ਕਿਉ ਗੁਰ ਬਿਨ ਤ੍ਰਿਕੁਟੀ ਛੁਟ ਸੀ, ਸਹਿਜ ਮਿਲੇ ਸੁਖ ਹੋਏ, ਨਿਜ ਘਰ ਮਹਿਲ ਪਛਾਣੀਐ, ਨਦਰ ਕਰੇ ਮਲ ਧੋਏ। ਤ੍ਰਿਵਿਧ ਦਾ ਮਤਲਬ ਹੈ ਤਮੋ, ਸਤੋ ਤੇ ਰਜੋ। ਤਿੰਨਾਂ ਗੁਣਾਂ ਦੇ ਵਿੱਚ ਸਾਡਾ ਮਨ ਫਸਿਆ ਹੋਇਆ। ਕਦੀ ਬਹੁਤ ਸਹਿਜ ਹੋ ਜਾਂਦੇ ਆ, ਕਦੀ ਬੜੇ ਕਰੋਧੀ ਹੋ ਜਾਂਦੇ ਆ, ਕਦੀ ਕਾਮੀ ਹੋ ਜਾਂਦੇ ਆ ਤੇ ਕਦੀ ਨਾਮੀ ਹੋ ਜਾਂਦੇ ਆ। ਮਹਾਰਾਜ ਕਹਿੰਦੇ ਇਹ ਮਨ ਜਿਹੜਾ ਨਾ ਕਰਮ ਕਮਾ ਰਿਹਾ, ਆਸ ਅੰਦੇਸਾ, ਕਦੀ ਕਿੱਥੇ ਤੇ ਕਦੀ ਕਿੱਥੇ, ਕਦੀ ਚਿੰਤਾ, ਕਦੀ ਬਿਲਕੁਲ ਇੱਕਦਮ ਮਨ ਸ਼ਾਂਤ ਹੋ ਜਾਂਦਾ। ਨਹੀਂ, ਕਿਉਂ ਗੁਰਬਿਨ ਤ੍ਰਿਕੁਟੀ ਛੂਟੀ ਹੈ, ਸਹਿਜ ਮਿਲਿਆ ਸੁਖ ਹੋਏ। ਗੁਰੂ ਤੋਂ ਬਿਨਾਂ ਇਹ ਧੱਕੇ ਨਹੀਂ ਸਾਡੇ ਛੁੱਟਣੇ। ਗੁਰੂ ਮਿਲੇਗਾ ਤਾਂ ਮਨ ਸੀਤਲ ਹੋਏਗਾ, ਅਬਨਾਸੀ ਖੇਮ ਮਿਲੇਗਾ, ਮਨ ਟਿਕੇਗਾ, ਮੱਥੇ ਦੀਆਂ ਤਿਉੜੀਆਂ ਚਿੰਤਾ ਵਾਲੀ ਹਟਣਗੀਆਂ, ਤ੍ਰੈ ਗੁਣੀ ਸੁਭਾਅ ਖਤਮ ਹੋਏਗਾ। ਨਿਜ ਘਰ ਮਹਿਲ ਪਛਾਣੀਆਂ, ਨਦਰ ਕਰੇ ਮਲ ਧੋਏ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏਗੋ ਫੇਰਾ। ਫਿਰ ਧੱਕੇ ਨਹੀਂ, ਜਦ ਗੁਰੂ ਮਲ ਧੋ ਦੇਗਾ, ਮੈਲ ਧੋ ਦੇਗਾ ਮਨ ਦੀ, ਅੰਦਰ ਨਿਜ ਘਰ ਮਿਲ ਜਾਏਗਾ ਜੀ। ਬਿਨ ਗੁਰ ਮੈਲ ਨਾ ਉਤਰੈ, ਬਿਨ ਹਰ ਕਿਉ ਘਰ ਵਾਸ, ਏਕੋ ਸ਼ਬਦ ਵਿਚਾਰੀਐ, ਅਵਰ ਤਿਆਗੈ ਆਸ, ਨਾਨਕ ਦੇਖ ਦਿਖਾਈਐ, ਹਉ ਸਦ ਬਲਹਾਰੈ ਜਾਸ। ਬਿਨ ਗੁਰ ਮੈਲ ਨਾ ਉਤਰੈ, ਗੁਰੂ ਤੋਂ ਬਿਨਾ ਮੈਲ ਨਹੀਂ ਉਤਰੇਗੀ ਮਨ ਦੀ। ਬਿਨ ਹਰ ਕਿਉਂ ਘਰ ਵਾਸ, ਵਾਹਿਗੁਰੂ ਜੀ ਦਾ ਸਿਮਰਨ ਗੁਰੂ ਤੋਂ ਮਿਲਣਾ ਹੈ। ਸਿਮਰਨ ਤੋਂ ਬਿਨਾ ਘਰ ਕਿਵੇਂ ਟਿਕੇਗਾ ਮਨ, ਇਸ ਨਿਜ ਘਰ 'ਚ ਕਿਵੇਂ ਜਾਏਗਾ। ਸਾਹਿਬ ਜੀ ਕਹਿੰਦੇ ਜੇ ਜਾਏਗਾ, ਏਕੋ ਸ਼ਬਦ ਵਿਚਾਰੀ ਹੈ, ਅਵਰ ਤਿਆਗੈ ਆਸ। ਦੁਨੀਆ ਦੀ ਆਸ ਤਿਆਗ ਕੇ ਗੁਰੂ ਦੇ ਸ਼ਬਦ ਵਿੱਚ ਜੁੜੀਏ। ਨਾਨਕ ਦੇਖ ਦਿਖਾਈਐ, ਹਉ ਸਦ ਬਲਹਾਰੈ ਜਾਸ। ਗੁਰੂ ਕੋਲ ਆ ਤੈਨੂੰ ਗੁਰੂ ਜੀਵਨ ਦੀ ਸੱਚਾਈ ਵੀ ਦਿਖਾ ਦੇਣਗੇ ਤੇ ਪਾਰ ਬ੍ਰਹਮ ਪਰਮੇਸ਼ਵਰ ਦੀ ਆਰਾਧਨਾ ਦੀ ਇੱਕ ਅਡੋਲ ਬਿਰਤੀ ਵੀ ਦਿਖਾ ਦੇਣਗੇ। ਇੱਥੇ ਆ ਕੇ ਤੂੰ ਵਾਹਿਗੁਰੂ ਤੋਂ ਬਲਹਾਰ ਜਾਏਗਾ ਤੇ ਦੁਨੀਆ ਦੇ ਸੱਚ ਤੋਂ ਜਾਣੂ ਹੋਏਗਾ। ਸਮੇਂ ਦੀ ਸਮਾਪਤੀ, ਵਿਚਾਰਾਂ ਦੀ ਸਮਾਪਤੀ ਹੈ ਜੀ। ਮੈਂ ਬਹੁਤ ਧੰਨਵਾਦੀ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਸੰਗਤਾਂ ਦਾ ਜਿਨ੍ਹਾਂ ਨੇ ਇਜਾਜ਼ਤ ਦਿੱਤੀ, ਪ੍ਰਬੰਧਕ ਹੋਰਾਂ ਦਾ ਕਿ ਜਿਨ੍ਹਾਂ ਨੇ ਇਹ ਕਾਰਜ ਕਰਨ ਦੀ ਬਿਲਕੁਲ ਕਿਹਾ ਕਿ ਜਿਸ ਤਰ੍ਹਾਂ ਆਪ ਜੀ ਦਾ ਮਨ ਹੈ ਉਹ ਕਰੋ। ਸੋ ਮੈਂ ਬਹੁਤ ਧੰਨਵਾਦੀ ਹਾਂ ਸਮੁੱਚੇ ਤੌਰ 'ਤੇ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ ਵੀ, ਔਰ ਭਾਈ ਸਾਹਿਬ ਜੀ ਦਾ ਅਤੀ ਧੰਨਵਾਦੀ